हाँ जी बेटा, अज असी करन जा रहे हैं एसिड बेसिस एंड सॉल्ट। एसिड की होंगे है जिहड़े खट्टा टेस्ट देन वो की होंगे एसिड, एंड जिहड़े कड़वे होण उन्हां नूं असीं की कहने हैगे आ, बेसिस कहने हैगे आ। तां एसिड ते बेस दे नूं पढ़न लई असीं की देखांगे, हर वारी असीं टेस्ट थोड़ी देख सकते हैगे आ। जिवें सोप वगैरह हैगे वो कड़वी होएगी ਤਾਂ ਅਸੀਂ ਇੱਦਾਂ ਤੇਜ਼ਾਬ ਵਗੈਰਾ ਉਹਨਾਂ ਨੂੰ ਟੇਸਟ ਕਰਕੇ ਨਹੀਂ ਦੇਖ ਸਕਦੇ। ਤਾਂ ਅਸੀਂ ਲੈਬ ਦੇ ਵਿੱਚ ਕਈ ਚੀਜ਼ਾਂ ਯੂਜ਼ ਕਰਦੇ ਹਾਂ, ਜਿਵੇਂ ਲਿਟਮਸ ਪੇਪਰ ਹੋ ਗਿਆ, ਉਹ ਐਜ਼ ਏ ਇੰਡੀਕੇਟਰ ਦੇ ਤੌਰ 'ਤੇ। ਘਰਾਂ ਦੇ ਵਿੱਚ ਹਲਦੀ ਵਗੈਰਾ ਕੜੀ ਦੇ ਸਟੇਨ ਲੱਗ ਜਾਂਦੇ ਆ, ਹਲਦੀ ਨੂੰ ਯੂਜ਼ ਕਰਦੇ ਹਾਂ। ਜਾਂ ਫਿਨੋਲਫੈਥਲੀਨ ਇੰਡੀਕੇਟਰ, ਪੀਐਚ ਪੇਪਰ, ਲਿਟਮਸ ਪੇਪਰ, ਇੱਦਾਂ ਦੀਆਂ ਚੀਜ਼ਾਂ, ਮਿਥਾਈਲ ਔਰਿੰਸ, ਇਹਨਾਂ ਦੀ ਹੈਲਪ ਨਾਲ ਅਸੀਂ ਕੀ ਹੈ ਕਿਸੇ ਚੀਜ਼ ਦੇ ਬਾਰੇ ਦੱਸ ਸਕਦੇ ਹਾਂ ਕਿ ਚੀਜ਼ ਕੀ ਹੈ, ਐਸਿਡ ਹੋਏਗੀ ਕਿ ਬੇਸ ਹੋਏਗੀ। ਲਿਟਮਸ ਪੇਪਰ ਕਿਵੇਂ ਪ੍ਰਪੇਅਰ ਕੀਤਾ ਜਾਂਦਾ, ਇੱਕ ਲਾਈਕਨਸ ਹੁੰਦੀਆਂ ਉਹਨਾਂ ਦਾ ਘੋਲ ਦੇ ਵਿੱਚ ਪੇਪਰ ਨੂੰ ਡਿਪ ਕੀਤਾ ਜਾਂਦਾ ਅਤੇ ਸਾਡਾ ਕੀ ਬਣ ਜਾਂਦੇ ਆ ਲਿਟਮਸ ਪੇਪਰ। ਕਈ ਤਰ੍ਹਾਂ ਦੇ ਹਲਦੀ ਜਾਂ ਪਟੂਨੀਆ, ਹਾਈਡਰੋਜੀਨੀਆ, ਜਰਮੇਨੀਅਮ, ਇਹ ਵੀ ਸਾਰੇ ਕੀ ਹੈ ਐਜ਼ ਏ ਇੰਡੀਕੇਟਰ ਦੇ ਤੌਰ 'ਤੇ ਕੰਮ ਕਰਦੇ ਆ। ਤਾਂ ਅਸੀਂ ਐਸਿਡ ਅਤੇ ਬੇਸ ਨੂੰ ਅੰਡਰਸਟੈਂਡ ਕਰਨਾ, ਕਿਹੜੇ ਘੋਲ ਅਸੀਂ ਯੂਜ਼ ਕਰਦੇ ਹੈਗੇ ਲੈਬ 'ਚ। ਲਿਟਮਸ ਪੇਪਰ, ਰੈੱਡ ਲਿਟਮਸ ਪੇਪਰ, ਬਲੂ ਲਿਟਮਸ, ਫਿਨੋਲਫੈਥਲੀਨ, ਮਿਥਾਈਲ ਔਰਿੰਸ, ਇੱਦਾਂ ਦੇ ਘੋਲ ਅਸੀਂ ਯੂਜ਼ ਕਰ ਸਕਦੇ ਹਾਂ ਐਜ਼ ਏ ਲਿਟਮਸ ਐਸਿਡ ਅਤੇ ਬੇਸ ਦਾ ਪਤਾ ਲਗਾਉਣ ਲਈ। ਠੀਕ ਹੈ, ਉਸ ਤੋਂ ਬਾਅਦ ਐਸਿਡ ਅਤੇ ਬੇਸ ਮੈਟਲਸ ਦੇ ਨਾਲ ਕਿਵੇਂ ਰਿਐਕਟ ਕਰਦੇ ਹੈ, ਜਾਂ ਐਸਿਡ ਬੇਸ ਮੈਟਲ ਦੇ ਨਾਲ ਕਿਵੇਂ ਰਿਐਕਟ ਕਰਨਗੇ। ਇਸ ਟੈਸਟ ਟਿਊਬ ਦੇ ਵਿੱਚ ਅਸੀਂ ਕੀ ਲਿਖ ਲਿਆ, ਜ਼ਿੰਕ ਪਲਸ ਸਲਫਿਊਰਿਕ ਐਸਿਡ, ਇਹ ਦੋਨੋਂ ਇੱਕ ਦੂਜੇ ਨਾਲ ਕਿਰਿਆ ਕਰਕੇ ਜ਼ਿੰਕ ਸਲਫੇਟ ਅਤੇ ਹਾਈਡਰੋਜਨ ਗੈਸ ਬਣਾਉਣਗੇ। ਜਿਹੜੀ ਹਾਈਡਰੋਜਨ ਗੈਸ ਹੈ ਉਹ ਪੌਪ ਦੀ ਸਾਊਂਡ ਨਾਲ ਸੁਣਾਈ ਦੇਗੀ ਜਦੋਂ ਨਿਕਲੇਗੀ, ਔਰ ਬਲੂ ਫਲੇਮ ਦੇ ਨਾਲ ਬਰਨ ਕਰੇਗੀ। ਠੀਕ ਹੈ, ਇਸ ਤਰ੍ਹਾਂ ਜਿਹੜੇ ਹੈਗੇ ਆ ਹਾਈਡਰੋਜਨ ਗੈਸ ਪ੍ਰੋਡਿਊਸ ਕੀਤੀ ਜਾਂਦੀ ਹੈਗੀ ਹੈ, ਔਰ ਉਹਦੀ ਟੈਸਟਿੰਗ ਕਰ ਸਕਦੇ ਹਾਂ ਅਸੀਂ। ਐਸਿਡ ਦੀ ਮੈਟਲ ਦੇ ਨਾਲ ਕਿਰਿਆ, ਕੋਈ ਵੀ ਐਸਿਡ ਹੈ ਉਹ ਮੈਟਲ ਦੇ ਨਾਲ ਕਿਰਿਆ ਕਰਕੇ ਉਹਦਾ ਸੋਲਟ ਬਣ ਜਾਏਗਾ। ਜਿਵੇਂ ਇਹਦੇ ਨਾਲ ਸੋਡੀਅਮ ਕਲੋਰਾਈਡ ਲੱਗਿਆ, ਸੋਡੀਅਮ ਕਲੋਰਾਈਡ ਅਤੇ ਹਾਈਡਰੋਜਨ ਗੈਸ ਨਿਕਲੇਗੀ। ਕੋਈ ਵੀ ਮੈਟਲ ਦੇ ਨਾਲ ਜਿਹੜੀ ਅਸੀਂ ਹੁਣੀ ਕਿਰਿਆ ਕੀਤੀ ਹੈਗੀ ਹੈ, ਜ਼ਿੰਕ ਦੇ ਨਾਲ ਸਲਫਿਊਰਿਕ ਐਸਿਡ ਨੇ ਰਿਐਕਸ਼ਨ ਕੀਤੀ ਹੈਗੀ, ਤਾਂ ਇਹ ਕੀ ਬਣ ਜਾਏਗਾ, ਜ਼ਿੰਕ ਸਲਫੇਟ ਨਾਲ ਹਾਈਡਰੋਜਨ ਗੈਸ ਸਾਡੀ ਲਿਬਰੇਟ ਹੋਏਗੀ, ਪਲਸ ਹਾਈਡਰੋਜਨ ਗੈਸ ਜਿਹੜੀ ਹੈ ਲਿਬਰੇਟ ਹੋਏਗੀ। ਤਾਂ ਇਹ ਕੀ ਸੀਗੀ, ਧਾਤ ਦੇ ਨਾਲ ਤੇਜ਼ਾਬ ਦੀ ਕਿਰਿਆ ਕਰਕੇ ਹਾਈਡਰੋਜਨ ਗੈਸ ਪ੍ਰੋਡਿਊਸ ਹੋਣਾ। ਈਵਨ ਜਿਹੜੀਆਂ ਬੇਸਿਸ ਹੈ ਉਹ ਵੀ ਕਿਰਿਆ ਕਰਕੇ, ਜਿਵੇਂ ਜ਼ਿੰਕ ਹੈ ਸੋਡੀਅਮ ਹਾਈਡਰੋਕਸਾਈਡ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਕੀ ਹੈ ਲਿਬਰੇਟ ਹੋ ਰਹੀ ਹੈ। ਯੂ ਕੈਨ ਸੀ ਇਨ ਦੀ ਰਿਐਕਸ਼ਨ। ਇਸ ਤੋਂ ਬਾਅਦ ਅਸੀਂ ਟੈਸਟ ਕਰਨਾ ਹੈਗਾ ਵੀ ਜਿਹੜੀ, ਜਿਵੇਂ ਅਸੀਂ ਟੈਸਟ ਟਿਊਬ ਦੇ ਵਿੱਚ ਕੀ ਲਿਆ ਹੈਗਾ, ਸੋਡੀਅਮ ਕਾਰਬੋਨੇਟ ਅਤੇ ਸਲਫਿਊਰਿਕ ਐਸਿਡ ਪਾਇਆ, HCl ਪਾਇਆ, ਤਾਂ ਇਹ ਤੋਂ ਕੀ ਬਣ ਜਾਏਗਾ, ਸੋਡੀਅਮ ਕਲੋਰਾਈਡ ਅਤੇ ਕਾਰਬੋਨਿਕ ਐਸਿਡ ਬਣ ਜਾਏਗਾ। ਸੋਡੀਅਮ ਕਲੋਰਾਈਡ ਪਲਸ ਕਾਰਬੋਨਿਕ ਐਸਿਡ ਬਣੇਗਾ। ਇਹ ਆਪਸ 'ਚ ਕਾਰਬੋਨਿਕ ਐਸਿਡ ਜਿਹੜਾ ਹੁੰਦਾ ਉਹ ਵੀਕ ਐਸਿਡ ਹੁੰਦਾ, ਉਹ ਪਾਣੀ ਅਤੇ ਕਾਰਬਨ ਡਾਈਆਕਸਾਈਡ 'ਚ ਟੁੱਟ ਜਾਏਗਾ। ਕਾਰਬਨ ਡਾਈਆਕਸਾਈਡ ਗੈਸ ਕੀ ਹੈ ਲਿਬਰੇਟ ਹੋ ਜਾਏਗੀ। ਤੁਸੀਂ ਦੁਬਾਰਾ ਲਿਖ ਸਕਦੇ ਹੋ ਸੋਹਣੀ ਤਰ੍ਹਾਂ ਕੀ ਹੈ, ਸੋਡੀਅਮ ਕਾਰਬੋਨੇਟ ਐਸਿਡ ਦੇ ਨਾਲ ਕਿਰਿਆ ਕਰਕੇ ਆ ਬਣ ਜਾਏਗਾ HCl, ਸੋਡੀਅਮ ਕਲੋਰਾਈਡ ਬਣ ਜਾਏਗਾ, ਸੋਲਟ ਪਲਸ ਵਾਟਰ, ਜਿਹੜੇ ਆ ਦੋਨੋਂ ਹੈ ਨਾ, ਇਹਨਾਂ 'ਚ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਹੈ, ਤਾਂ ਇਹ ਇਹਨਾਂ ਦੇ ਵਿੱਚ ਟੁੱਟ ਜਾਣਗੇ, ਕਾਰਬਨ ਡਾਈਆਕਸਾਈਡ ਲਿਬਰੇਟ ਹੋਏਗੀ। ਹੁਣ ਤੁਸੀਂ ਕਿਵੇਂ ਦੱਸ ਸਕਦੇ ਹੋ ਵੀ ਜਿਹੜੀ ਗੈਸ ਨਿਕਲ ਰਹੀ ਹੈ ਉਹ ਕਾਰਬਨ ਡਾਈਆਕਸਾਈਡ ਹੈ। ਅਸੀਂ ਕੈਲਸ਼ੀਅਮ ਹਾਈਡਰੋਕਸਾਈਡ ਲਾਈਮ ਵਾਟਰ ਲੈਂਦੇ ਹਾਂ, ਇਹਦੇ ਨਾਲ ਕਿਰਿਆ ਕਰਾਉਂਦੇ ਹਾਂ, ਤਾਂ ਲਾਈਮ ਵਾਟਰ ਜਿਹੜਾ ਹੈਗਾ ਕੈਲਸ਼ੀਅਮ ਕਾਰਬੋਨੇਟ 'ਚ ਤਬਦੀਲ ਹੋ ਜਾਏਗਾ। ਇਹ ਲਿਕੁਡ ਹੁੰਦਾ, ਇਸ ਤੋਂ ਕੀ ਹੈ ਸੋਲਿਡ ਬਣ ਜਾਏਗਾ, ਤਾਂ ਇਹ ਵਾਈਟ ਕਲਰ ਦਾ ਤੁਹਾਨੂੰ ਕੀ ਹੈ ਘੋਲ ਪ੍ਰਾਪਤ ਹੋਏਗਾ। ਸੇਮ ਕਿਰਿਆ ਹੈਗੀ ਜਿਹੜੀ ਅਸੀਂ ਘਰਾਂ 'ਚ ਕਲੀ ਯੂਜ਼ ਕਰਦੇ ਹੈਗੇ ਹਾਂ। ਤਾਂ ਅਸੀਂ ਅਪਲਾਈ ਕੀ ਕੀਤਾ ਸੀ, ਕੈਲਸ਼ੀਅਮ ਹਾਈਡਰੋਕਸਾਈਡ ਦਾ ਘੋਲ, ਪਰ ਬਣਿਆ ਕੀ ਆ, ਕਿਆ ਬਣਿਆ,
ਸਾਡਾ ਕੈਲਸ਼ੀਅਮ ਕਾਰਬੋਨੇਟ ਜਿਹੜਾ ਕਿ ਵਾਈਟ ਕਲਰ ਦਾ ਹੋਏਗਾ। ਇਸ ਤਰ੍ਹਾਂ ਅਸੀਂ ਕਾਰਬਨ ਡਾਈਆਕਸਾਈਡ ਦੀ ਪ੍ਰੈਜੈਂਸ ਚੈੱਕ ਕਰ ਸਕਦੇ ਹੈਗੇ ਆ ਕਿ ਜਿਹੜੀ ਗੈਸ ਨਿਕਲ ਰਹੀ ਹੈ ਉਹ ਕਾਰਬਨ ਡਾਈਆਕਸਾਈਡ ਹੀ ਹੈ ਕਿ ਕੋਈ ਹੋਰ ਗੈਸ ਪੈਦਾ ਹੋ ਰਹੀ ਹੈਗੀ ਹੈ। ਹੁਣ ਅਗਲੀ ਰਿਐਕਸ਼ਨ ਹੈਗੀ ਹੈ ਸਾਡੀ ਨਿਊਟਰਲਾਈਜੇਸ਼ਨ ਰਿਐਕਸ਼ਨ। ਇੱਕ ਬੇਸ ਲਿਆ ਅਤੇ ਇੱਕ ਐਸਿਡ। ਸਭ ਤੋਂ ਪਹਿਲਾਂ ਅਸੀਂ ਕੱਪੜੇ ਧੋਣ ਵਾਲਾ ਸੋਡਾ ਅਤੇ ਬੇਕਿੰਗ ਸੋਡਾ ਦਾ ਫਾਰਮੂਲਾ ਹੈਗਾ। ਇਹਨਾਂ ਦੀ ਤੇਜ਼ਾਬ ਦੇ ਨਾਲ ਕਿਰਿਆ ਦਿਖਾਉਂਦੇ ਹੈਗੇ ਆ। ਜੋ ਕੱਪੜੇ ਧੋਣ ਵਾਲਾ ਸੋਡਾ ਹੈ ਉਹ ਸੋਡੀਅਮ ਕਾਰਬੋਨੇਟ ਅਤੇ HCl ਹੈ। ਹਰ ਇੱਕ ਚੀਜ਼ ਨੂੰ ਤੁਸੀਂ ਉਹਨਾਂ ਦੇ ਆਇਨ 'ਚ ਤੋੜ ਲਓ। ਇਹਨੂੰ ਇਹਦੇ ਨਾਲ ਲਿਖ ਦਿਓ, ਇਹਨੂੰ ਇਹਦੇ ਨਾਲ ਲਿਖ ਦਿਓ, ਠੀਕ ਹੈ। ਤਾਂ ਸੋਡੀਅਮ ਕਲੋਰਾਈਡ ਬਣ ਜਾਏਗਾ, ਵਾਟਰ ਅਤੇ ਕਾਰਬਨ ਡਾਈਆਕਸਾਈਡ ਨਿਕਲੇਗੀ। ਸੇਮ ਵਿਦ ਦੀ ਬੇਕਿੰਗ ਸੋਡਾ, ਇਹ ਅਸੀਂ ਕਿਹਦੇ ਨਾਲ ਕੀਤੀ ਹੈ, ਵਾਸ਼ਿੰਗ ਪਾਊਡਰ ਦੇ ਨਾਲ ਕਿਰਿਆ ਕੀਤੀ ਹੈ। ਸੇਮ ਕਿਰਿਆ ਕੀ ਹੋਏਗੀ, ਸੋਡੀਅਮ ਬਾਈਕਾਰਬੋਨੇਟ ਦੈਟ ਇਜ਼ ਬੇਕਿੰਗ ਪਾਊਡਰ ਵਿਦ ਪਤਲਾ HCl। ਇਹਨਾਂ 'ਤੇ ਪੋਜ਼ੀਟਿਵ ਨੈਗੇਟਿਵ ਲਿਖ ਲਓ। ਫਿਰ ਇਹਨਾਂ ਨੂੰ ਜੁਆਇਨ ਕਰ ਦਿਓ। ਸੋਡੀਅਮ ਕਲੋਰਾਈਡ ਜਿਹੜਾ ਕਾਰਬੋਨਿਕ ਐਸਿਡ ਹੈ ਇਹ ਵੀਕ ਐਸਿਡ ਹੁੰਦਾ, ਨਾਲ ਦੀ ਨਾਲ ਕਾਰਬਨ ਡਾਈਆਕਸਾਈਡ 'ਚ ਟੁੱਟ ਜਾਏਗਾ। ਦੋਨਾਂ ਨਾਲ ਸੇਮ ਹੀ ਕਿਰਿਆ ਹੋ ਰਹੀ ਹੈ। ਸੋਡੀਅਮ ਪ੍ਰੋਡਕਟਸ ਜਿਹੜੀਆਂ ਹੈਗੀਆਂ ਸੇਮ ਹੀ ਬਣ ਰਹੀਆਂ ਹੈਗੀਆਂ ਅਤੇ ਤੁਹਾਨੂੰ ਮਕੈਨਿਜ਼ਮ ਦੱਸਦਾ ਹੈਗਾ ਕਿਵੇਂ ਬਣਨਗੀਆਂ ਦੋਨਾਂ ਦੇ ਨਾਲ ਕਿਰਿਆ ਕਰਨ 'ਤੇ, ਠੀਕ ਹੈ। ਔਰ ਕਾਰਬਨ ਡਾਈਆਕਸਾਈਡ ਨੂੰ ਕਿਵੇਂ ਟੈਸਟ ਕਰਦੇ ਹਾਂ ਅਸੀਂ, ਚੂਨੇ ਦੇ ਪਾਣੀ ਦੇ ਵਿੱਚੋਂ ਲੰਘਾਉਣ 'ਤੇ ਉਹ ਕੀ ਹੈ, ਵਾਈਟ ਕਲਰ ਦਾ ਹੋ ਜਾਏਗਾ, ਵਾਈਟ ਪ੍ਰੈਸੀਪੀਟੇਟਸ ਬਣਨਗੇ, ਕੈਲਸ਼ੀਅਮ ਕਾਰਬੋਨੇਟ ਬਣੇਗਾ। ਇੱਦਾਂ ਅਸੀਂ ਦੱਸ ਸਕਦੇ ਹਾਂ ਕਿ ਨਿਕਲ ਰਹੀ ਜਿਹੜੀ ਗੈਸ ਹੈ ਉਹ ਕਾਰਬਨ ਡਾਈਆਕਸਾਈਡ ਹੈ। ਜੇ ਅਸੀਂ ਜ਼ਿਆਦਾ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਹੁੰਦੀ ਹੈ ਉਹਦੇ ਵਿੱਚੋਂ, ਤਾਂ ਸਭ ਤੋਂ ਪਹਿਲਾਂ ਕੀ ਹੋਏਗਾ, ਕੈਲਸ਼ੀਅਮ ਕਾਰਬੋਨੇਟ ਅਤੇ ਇਹ ਬਾਈਕਾਰਬੋਨੇਟ ਬਣ ਜਾਏਗਾ। ਕੈਲਸ਼ੀਅਮ ਦਾ ਬਾਈਕਾਰਬੋਨੇਟ ਬਣ ਜਾਂਦਾ। ਫਿਰ ਦੁਬਾਰਾ ਉਹਦੇ ਹੋਰ ਐਸਿਡ ਦੇ ਨਾਲ ਟੁੱਟ ਕੇ ਫਿਰ ਸਾਲਟ, ਕਾਰਬਨ ਡਾਈਆਕਸਾਈਡ ਅਤੇ ਵਾਟਰ ਬਣਾਉਂਦਾ। ਮੀਨਸ ਜਿਹੜੀ ਕਿਰਿਆ ਤੁਹਾਡੀ ਹੋ ਰਹੀ ਹੈ 2 ਸਟੈਪ ਦੇ ਵਿੱਚ ਹੋ ਰਹੀ ਹੈ। ਪਹਿਲਾਂ ਕੈਲਸ਼ੀਅਮ ਕਾਰਬੋਨੇਟ ਬਣਿਆ, ਫਿਰ ਬਾਈਕਾਰਬੋਨੇਟ ਬਣਿਆ, ਫਿਰ ਬਾਈਕਾਰਬੋਨੇਟ ਤੋਂ ਫਿਰ ਦੁਬਾਰਾ ਜਾ ਕੇ ਸਾਲਟ ਬਣਦਾ ਕੈਲਸ਼ੀਅਮ ਦਾ। ਇਸ ਤਰ੍ਹਾਂ ਹੀ ਕਿਰਿਆ ਹੋਏਗੀ। ਉਸ ਤੋਂ ਬਾਅਦ ਆ ਗਈ ਨਿਊਟਰਲਾਈਜੇਸ਼ਨ ਰਿਐਕਸ਼ਨ, ਉਦਾਸੀਕਰਨ ਕਿਰਿਆ ਕਹਿੰਦੇ ਆ। ਇੱਕ ਐਸਿਡ ਅਤੇ ਬੇਸ ਆਪਸ 'ਚ ਕਿਰਿਆ ਕਰਕੇ ਕੀ ਬਣਾਉਂਦੇ ਆ, ਸਾਲਟ ਬਣਾ ਦਿੰਦੇ ਆ ਔਰ ਵਾਟਰ ਪ੍ਰੋਡਿਊਸ ਕਰਨਗੇ। ਜਿਵੇਂ ਇੱਥੇ ਲਿਖਿਆ ਹੋਇਆ ਸੋਡੀਅਮ ਦੇ ਉੱਤੇ ਪੋਜ਼ੀਟਿਵ ਲਿਖ ਲਓ, OH 'ਤੇ ਨੈਗੇਟਿਵ, HCl 'ਤੇ ਵੀ ਪੋਜ਼ੀਟਿਵ ਅਤੇ ਨੈਗੇਟਿਵ ਲਿਖ ਸਕਦੇ ਹੋ। ਸੋਡੀਅਮ ਕਲੋਰਾਈਡ ਬਣ ਜੂਗਾ ਅਤੇ ਵਾਟਰ ਬਣ ਜੂਗਾ। ਦੋਨਾਂ ਨੇ ਮਿਲ ਕੇ ਕੀ ਬਣਾਤਾ, ਸਾਲਟ ਅਤੇ ਵਾਟਰ। ਐਸਿਡ ਅਤੇ ਬੇਸ ਨੇ ਮਿਲ ਕੇ ਕੀ ਬਣਾਤਾ, ਸਾਲਟ ਅਤੇ ਵਾਟਰ ਬਣਾਤਾ। ਤਾਂ ਇੱਦਾਂ ਤੁਹਾਡੀ ਇਸ ਕਿਰਿਆ ਨੂੰ ਅਸੀਂ ਕੀ ਕਹਾਂਗੇ, ਨਿਊਟਰਲਾਈਜੇਸ਼ਨ ਰਿਐਕਸ਼ਨ ਕਹਾਂਗੇ ਔਰ ਉਦਾਸੀਕਰਨ ਕਿਰਿਆ ਕਹਿੰਦੇ ਆ। ਈਵਨ ਜੇ ਮੈਟਲ ਦਾ ਕੋਈ ਆਕਸਾਈਡ ਵੀ ਹੋਵੇ, ਜਿਵੇਂ ਫੋਰ ਐਗਜ਼ਾਮਪਲ ਮੈਗਨੀਸ਼ੀਅਮ ਆਕਸਾਈਡ ਹੈ, ਇਹ HCl ਨਾਲ ਕਿਰਿਆ ਕਰਕੇ ਮੈਗਨੀਸ਼ੀਅਮ, ਕਿਉਂਕਿ ਇਹਦੀ ਵੈਲੈਂਸੀ 2 ਹੁੰਦੀ ਹੈ ਤਾਂ ਇਹਦੇ ਨਾਲ ਕਿੰਨੇ ਲੱਗ ਜਾਣਗੇ, 2 ਕਲੋਰੀਨ ਲੱਗ ਜਾਣਗੇ ਪਲੱਸ ਵਾਟਰ ਬਣ ਜਾਏਗਾ। ਤਾਂ ਮੈਗਨੀਸ਼ੀਅਮ ਕਲੋਰਾਈਡ ਦਾ ਸਾਲਟ ਬਣ ਜਾਏਗਾ ਪਲੱਸ ਵਾਟਰ। ਇਹਨੂੰ ਨਿਊਟਰਲਾਈਜੇਸ਼ਨ ਰਿਐਕਸ਼ਨ ਕਹਿੰਦੇ ਹੈਗੇ ਆ। ਸਾਨੂੰ ਦਹੀਂ ਵਗੈਰਾ ਜਾਂ ਖੱਟੀਆਂ ਚੀਜ਼ਾਂ, ਕੋਈ ਵੀ ਅਚਾਰ ਵਗੈਰਾ ਕੋਪਰ ਵਗੈਰਾ ਦੇ ਵੈਸਲ 'ਚ ਕਿਉਂ ਨਹੀਂ ਰੱਖਣਾ ਚਾਹੀਦਾ, ਕਿਉਂਕਿ ਕੋਪਰ, ਦਹੀਂ ਜਾਂ ਖੱਟੀਆਂ ਚੀਜ਼ਾਂ ਕੀ ਹੁੰਦੀਆਂ ਤੇਜ਼ਾਬੀ, ਇਹਦੇ ਨਾਲ ਕਿਰਿਆ ਕਰਨਗੀਆਂ ਤਾਂ ਇਹ ਜ਼ਹਿਰੀਲੇ ਪਦਾਰਥ ਅਤੇ ਹਾਈਡਰੋਜਨ ਗੈਸ ਲਿਬਰੇਟ ਹੋਏਗੀ, ਜਿਹਦੇ ਕਰਕੇ ਪੋਇਜ਼ਨਸ ਹੋ ਸਕਦਾ ਹੈ। ਇਸ ਕਰਕੇ ਸਾਨੂੰ ਖੱਟੇ ਪਦਾਰਥਾਂ ਨੂੰ ਕੋਪਰ ਜਾਂ ਬਰਾਸ ਦੇ ਕੰਟੇਨਰ 'ਚ ਨਹੀਂ ਰੱਖਣਾ ਚਾਹੀਦਾ। ਵਿਚ ਗੈਸ ਇਜ਼ ਯੂਜ਼ਲੀ ਲਿਬਰੇਟਡ ਵੈਨ, ਕਿਸੇ ਵੀ ਮੈਟਲ ਦੇ ਨਾਲ ਅਸੀਂ ਹੁਣੀ ਕੀਤਾ ਸੀ, ਕੋਈ ਵੀ ਮੈਟਲ ਲਓ ਉਹਦੀ ਤੇਜ਼ਾਬ ਨਾਲ ਕਿਰਿਆ ਕਰਾਉਂਦੇ ਹਾਂ ਤਾਂ ਜਿਵੇਂ ਜ਼ਿੰਕ ਕਲੋਰਾਈਡ ਬਣ ਗਿਆ ਅਤੇ ਹਾਈਡਰੋਜਨ ਗੈਸ ਨਿਕਲੇਗੀ। ਹਾਈਡਰੋਜਨ ਗੈਸ ਦਾ ਟੈਸਟ ਕਿਵੇਂ ਕਰ ਸਕਦੇ ਹੋ, ਪੌਪ ਦੀ ਸਾਊਂਡ ਆਏਗੀ ਔਰ ਫਲੇਮ ਕਿਹੜੀ ਆਏਗੀ, ਬਲੂ ਕਲਰ ਦੀ ਇਹ ਫਲੇਮ ਦੇਗੀ। ਥਰਡ ਕੁਐਸਚਨ ਹੈ, ਇਹ ਕੰਪਾਊਂਡ ਵਿਦ ਡਿਲਿਊਟ, ਕੋਈ ਕੰਪਾਊਂਡ A ਹੈ ਜਿਹੜਾ ਕਿ HCl ਨਾਲ ਕਿਰਿਆ ਕਰਦਾ
ਤੇ ਐਫਰਵਿਸੈਂਸ ਪ੍ਰੋਡਿਊਸ ਹੁੰਦੇ। ਐਫਰਵਿਸੈਂਸ ਦਾ ਮੀਨਸ ਕਾਰਬਨ ਡਾਈਆਕਸਾਈਡ ਦਾ ਨਿਕਲਣਾ, ਗੈਸ ਦਾ। ਜਿਵੇਂ ਤੁਸੀਂ ਸੋਡੇ ਵਾਟਰ ਦੀ ਬੋਟਲ ਖੋਲ੍ਹਦੇ ਹੋ ਤਾਂ ਇੱਕਦਮ ਝੱਗ ਜੀ ਬੁਲਬੁਲੇ ਜਿਹੇ ਨਜ਼ਰ ਆਉਂਦੇ ਆ, ਤਾਂ ਇਹ ਕੰਪਾਊਂਡ ਕੀ ਹੋਏਗਾ, ਕੈਲਸ਼ੀਅਮ ਕਾਰਬੋਨੇਟ HCl ਨਾਲ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਕਰੇਗਾ, ਔਰ ਕੈਲਸ਼ੀਅਮ ਦਾ ਕੀ ਬਣ ਚੁੱਕਾ, ਕੈਲਸ਼ੀਅਮ ਕਲੋਰਾਈਡ। ਤਾਂ ਇੱਦਾਂ ਇਹ ਕਿਰਿਆ ਕੀ ਹੈ, ਪੂਰੀ ਹੋ ਜਾਏਗੀ। ਕਾਰਬਨ ਡਾਈਆਕਸਾਈਡ ਦੇ ਕਰਕੇ ਹੀ ਜਿਹੜਾ ਤੁਹਾਡੇ ਐਫਰਵਿਸੈਂਸ ਮੀਨਸ ਬਬਲਸ ਨਿਕਲਣਗੇ ਗੈਸ ਦੇ ਕਰਕੇ, ਔਰ ਇਹਨੂੰ ਫਾਇਰ ਐਕਸਟਿੰਗੁਇਸ਼ਰ 'ਚ ਵੀ ਯੂਜ਼ ਕਰਦੇ ਆ, ਕਿ ਅੱਗ ਨੂੰ ਬੁਝਾਉਣ ਦੇ ਵਿੱਚ ਹੈਲਪ ਕਰਦੀ ਹੈ। ਦੁਬਾਰਾ ਲਿਖ ਲਓ ਰਿਐਕਸ਼ਨ, ਕੈਲਸ਼ੀਅਮ ਕਾਰਬੋਨੇਟ, ਕੋਈ ਵੀ ਐਸਿਡ ਦਿੱਤਾ, ਚਲੋ ਮੈਂ ਈਜ਼ਲੀ ਲਿਖ ਦਿੰਦੀ ਹਾਂ, ਕੈਲਸ਼ੀਅਮ ਕਲੋਰਾਈਡ ਬਣ ਜਾਏਗਾ ਅਤੇ ਕਾਰਬਨ ਡਾਈਆਕਸਾਈਡ ਲਿਬਰੇਟ ਹੋਏਗੀ। ਕੈਲਸ਼ੀਅਮ ਕਲੋਰਾਈਡ ਜੇ ਸਲਫਿਊਰਿਕ ਐਸਿਡ ਲਿੱਤਾ ਸਲਫੇਟ ਬਣ ਜੂਗਾ ਅਤੇ ਕਾਰਬਨ ਡਾਈਆਕਸਾਈਡ ਲਿਬਰੇਟ ਹੋਏਗੀ, ਇਹ ਅੱਗ ਬੁਝਾਉਣ 'ਚ ਹੈਲਪ ਕਰਦੀ ਹੈ। ਸੋਡਾ ਵਾਟਰ ਦੀ ਬੋਟਲ 'ਚੋਂ ਵੀ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ, ਜਿਹਦੇ ਐਫਰਵਿਸੈਂਸ ਸਾਨੂੰ ਕੀ ਹੈ, ਨਿਕਲਣਗੇ। ਅਤੇ ਇਲੈਕਟ੍ਰੋਲਿਸਿਸ ਆਫ ਵਾਟਰ ਜਦੋਂ ਕਰਦੇ ਆ, ਵਾਟਰ ਦੇ ਵਿੱਚ ਜਰਾ ਕੁ 1-2 ਡਰੋਪ ਤੁਸੀਂ ਤੇਜ਼ਾਬ ਦੀ ਪਾਉਂਦੇ ਹੋ ਤਾਂ ਇਹਦੇ ਨਾਲ ਵਾਟਰ ਕੀ ਹੋ ਜਾਂਦਾ, ਮੋਰ ਕੰਡਕਟਿਵ ਹੋ ਜਾਂਦਾ। ਕੰਡਕਟਿਵਿਟੀ ਵਾਟਰ ਦੀ ਕੀ ਹੈ, ਇਨਕਰੀਜ਼ ਹੋ ਜਾਂਦੀ ਹੈ, ਜਿਹਦੇ ਨਾਲ ਵਾਟਰ ਵੀ ਆਇਨਸ 'ਚ H ਆਇਨ ਅਤੇ OH ਆਇਨ 'ਚ ਟੁੱਟਦਾ ਹੈਗਾ। ਤਾਂ ਐਨੋਡ 'ਤੇ ਤੁਹਾਡੀ ਆਕਸੀਜਨ ਗੈਸ ਲਿਬਰੇਟ ਹੋਏਗੀ, ਹਾਈਡਰੋਜਨ ਗੈਸ ਕੀ ਹੈ, ਕੈਥੋਡ 'ਤੇ ਲਿਬਰੇਟ ਹੋਏਗੀ। ਇਹਨੂੰ ਇਲੈਕਟ੍ਰੋਲਿਸਿਸ ਆਫ ਵਾਟਰ ਕਹਿੰਦੇ ਆ, ਆਪਾਂ ਚੈਪਟਰ ਨੰਬਰ 1 'ਚ ਵੀ ਕੀਤਾ ਸੀਗਾ। ਤਾਂ ਹੁਣ ਕੀ ਹੈਗਾ, ਜਿਹੜਾ ਵਾਟਰ ਹੁੰਦਾ, ਵਾਟਰ ਦੇ ਵਿੱਚ ਕਿਸ 'ਚ ਟੁੱਟਦਾ, H ਆਇਨ ਅਤੇ OH ਆਇਨ। ਪ੍ਰੋਟੋਨ, H ਪੋਜ਼ੀਟਿਵ ਨੂੰ ਕੀ ਬੋਲਦੇ ਆ, ਪ੍ਰੋਟੋਨ, ਅਤੇ ਇਹਨੂੰ ਕੀ ਬੋਲਦੇ ਆ, ਹਾਈਡਰੋਕਸਲ ਆਇਨ ਬੋਲਦੇ ਆ। ਠੀਕ ਹੈ, ਤਾਂ ਵਾਟਰ ਦੇ ਵਿੱਚ 7 ਪ੍ਰੋਟੋਨ ਹੁੰਦੇ ਆ ਅਤੇ 7 ਹੀ ਵਾਟਰ ਦੇ ਵਿੱਚ ਕੀ ਹੁੰਦੇ ਆ, ਹਾਈਡਰੋਕਸਲ ਆਇਨ ਹੁੰਦੇ ਆ, ਜਿਸ ਕਰਕੇ ਟੋਟਲ ਅਮਾਊਂਟ ਕਿੰਨੀ ਹੋ ਗਈ, 14 ਹੋ ਗਈ। pH ਦਾ ਫਾਰਮੂਲਾ ਕੀ ਹੁੰਦਾ ਤੁਹਾਡਾ, ਨੈਗੇਟਿਵ ਲੌਗ ਆਫ ਹਾਈਡਰੋਨੀਅਮ ਆਇਨ। ਠੀਕ ਹੈ, H ਪੋਜ਼ੀਟਿਵ ਆਇਨ, ਇਹਨੂੰ pH ਦਾ ਫਾਰਮੂਲਾ ਕਹਿੰਦੇ ਆ। ਹੁਣ ਦੇਖੋ ਕੋਈ ਚੀਜ਼ ਤੇਜ਼ਾਬੀ ਕਿਵੇਂ ਹੋਏਗੀ, ਵਾਟਰ ਹੈ, ਅਸੀਂ ਵਾਟਰ ਦੇ ਵਿੱਚ HCl ਪਾਤਾ, ਠੀਕ ਹੈ, ਤਾਂ ਇੱਥੇ H ਆਇਨ ਪਹਿਲਾਂ ਕਿੰਨੇ ਸੀਗੇ, 7, 1 ਵੱਧ ਗਿਆ, 8 ਹੋ ਗਏ ਟੋਟਲ। ਤਾਂ pH ਕੀ ਹੈ ਤੁਹਾਡੀ, ਘੱਟ ਜਾਏਗੀ। ਤਾਂ ਇੱਦਾਂ ਘੁਲ ਕੀ ਬਣ ਜਾਏਗਾ, ਤੇਜ਼ਾਬੀ ਬਣ ਜਾਏਗਾ। ਵੀ ਨੈਟ ਅਸੀਂ ਕਹਿ ਸਕਦੇ ਹਾਂ H ਆਇਨ ਦੀ ਅਮਾਊਂਟ ਵੱਧ ਗਈ ਤਾਂ ਘੁਲ ਕੀ ਹੋ ਜਾਏਗਾ, ਤੇਜ਼ਾਬੀ ਹੋ ਜਾਏਗਾ। ਸੈਕਿੰਡ, ਵਾਟਰ ਕਿਸ 'ਚ ਟੁੱਟ ਰਿਹਾ ਸੀਗਾ, H ਆਇਨ ਪਲੱਸ OH ਆਇਨ। ਠੀਕ ਹੈ, ਪਲੱਸ ਦਾ ਸਿੰਬਲ ਹੈਗਾ। ਤਾਂ ਜੇ ਅਸੀਂ ਸੋਡੀਅਮ ਹਾਈਡਰੋਕਸਾਈਡ ਪਾਉਂਦੇ ਹਾਂ, ਇਹਦੇ ਵਿੱਚ ਸੋਡੀਅਮ OH ਦੀ ਅਮਾਊਂਟ ਵੱਧ ਗਈ ਤਾਂ ਕਰਕੇ ਘੋਲ ਕੀ ਹੋ ਜਾਏਗਾ, ਬੇਸਿਕ ਹੋ ਜਾਏਗਾ। ਠੀਕ ਹੈ, ਕਿਸੇ ਵੀ ਕੋਈ ਚੀਜ਼ H ਪੋਜ਼ੀਟਿਵ ਪ੍ਰੋਟੋਨ ਦੇਵੇ, ਉਹਨੂੰ ਕੀ ਕਹਿੰਦੇ ਹਾਂ ਅਸੀਂ, ਐਸਿਡ। ਜਿਵੇਂ HCl ਹੈ, ਸਲਫਿਊਰਿਕ ਐਸਿਡ, ਨਾਈਟ੍ਰਿਕ ਐਸਿਡ, ਠੀਕ ਹੈ, ਨਾਈਟ੍ਰਿਕ ਐਸਿਡ, ਇਹ ਸਾਰੇ ਕੀ ਹੈ, ਪ੍ਰੋਟੋਨ ਦੇਣਗੇ। ਇਹਨੇ 2 ਪ੍ਰੋਟੋਨ ਦੇਣੇ ਆ, ਇਹਨੇ 1 ਪ੍ਰੋਟੋਨ ਦੇਣਾ ਅਤੇ ਇਹਨੇ ਵੀ 1 ਪ੍ਰੋਟੋਨ ਦੇਣਾ, ਤਾਂ ਕਰਕੇ ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਐਸਿਡ ਕਹਿੰਦੇ ਹਾਂ। ਅਤੇ ਬੇਸ ਕੀ ਹੋਣਗੀਆਂ, ਜਿਵੇਂ ਸੋਡੀਅਮ ਹਾਈਡਰੋਕਸਾਈਡ ਹੈ, ਜਿਹੜਾ ਟੁੱਟ ਕੇ ਕੀ ਆ, ਹਾਈਡਰੋਕਸਲ ਆਇਨ ਦੇਵੇ। ਪੋਟਾਸ਼ੀਅਮ ਹਾਈਡਰੋਕਸਾਈਡ ਹੈ, ਇਹਨੇ ਵੀ ਕੀ ਦਿੱਤੇ ਆ, ਹਾਈਡਰੋਕਸਲ ਆਇਨ ਦਿੱਤੇ ਹੈਗੇ ਆ। ਕੈਲਸ਼ੀਅਮ ਹਾਈਡਰੋਕਸਾਈਡ ਹੈ, ਇਹਨੇ ਵੀ ਟੁੱਟ ਕੇ ਕੀ ਆ, 2 OH ਨੈਗੇਟਿਵ ਆਇਨ ਦੇਣੇ ਆ। ਤਾਂ ਇਹਨਾਂ ਨੂੰ ਅਸੀਂ ਕੀ ਕਹਾਂਗੇ, ਬੇਸ ਕਹਾਂਗੇ। ਜਿਹੜੇ ਐਸਿਡ ਹੁੰਦੇ ਆ ਉਹ ਰੈੱਡ ਲਿਟਮਸ, ਬਲਿਊ ਲਿਟਮਸ ਨੂੰ ਕੀ ਕਰ ਦੇਣਗੇ, ਰੈੱਡ ਕਰ ਦੇਣਗੇ। ਪਰ ਜਿਹੜੀਆਂ ਬੇਸਿਸ ਹੁੰਦੀਆਂ ਉਹ ਕੀ ਕਰਨਗੀਆਂ, ਰੈੱਡ ਲਿਟਮਸ ਨੂੰ ਬਲਿਊ ਕਰ ਦੇਣਗੀਆਂ। ਇੱਦਾਂ ਲਿਟਮਸ ਪੇਪਰ ਦੀ ਸਹਾਇਤਾ ਨਾਲ ਅਸੀਂ ਐਸਿਡ ਬੇਸ ਦਾ ਟੈਸਟ ਕਰ ਸਕਦੇ ਹਾਂ। ਦੁਬਾਰਾ ਯਾਦ ਕਰ ਲਓ, H ਆਇਨ ਜਿਹੜੇ ਦੇਣਗੇ ਉਹ ਐਸਿਡ ਕੀ ਕਰਦੇ ਆ, ਬਲਿਊ ਲਿਟਮਸ ਨੂੰ ਲਾਲ ਕਰਦੇ ਆ। ਬੇਸ ਕੀ ਦੇਣਗੇ, OH ਆਇਨ, ਇਹ ਰੈੱਡ ਲਿਟਮਸ ਨੂੰ ਬਲਿਊ ਕਰਨਗੇ। ਤਾਂ ਅਸੀਂ ਕਈ ਤਰ੍ਹਾਂ ਦੇ ਘੋਲ ਨੂੰ ਟੈਸਟ ਕਰਨ ਲਈ ਔਰ
ਨਿਊਟਰਲਾਈਜੇਸ਼ਨ ਰਿਐਕਸ਼ਨ ਕੀ ਹੋਏਗੀ, ਐਸਿਡ ਤੇ ਬੇਸ ਆਪਸ 'ਚ ਕਿਰਿਆ ਕਰਕੇ ਕੀ ਬਣਾਉਣਗੇ, ਸਾਲਟ ਤੇ ਵਾਟਰ। ਹੁਣੀ ਅਸੀਂ ਕਿਰਿਆ ਕੀਤੀ ਸੋਡੀਅਮ ਹਾਈਡਰੋਕਸਾਈਡ ਕੀ ਹੈ, ਬੇਸ ਹੈ, HCl ਕੀ ਹੈ। ਇੱਦਾਂ ਕਰਕੇ ਬੇਟਾ ਇੱਦਾਂ ਲਿਖ ਲਿਆ ਕਰੋ, ਸੋਡੀਅਮ ਦੇ ਨਾਲ ਆ ਲੱਗਿਆ, ਇਹਦੇ ਨਾਲ ਆ ਲੱਗਿਆ, ਕਿਰਿਆ ਪੂਰੀ ਕਰ ਲਓ, ਸੋਡੀਅਮ ਕਲੋਰਾਈਡ ਬਣ ਜੂਗਾ ਤੇ ਵਾਟਰ। ਇਸ ਕਿਰਿਆ ਨੂੰ ਅਸੀਂ ਕੀ ਕਹਿੰਦੇ ਹਾਂ, ਉਦਾਸੀਕਰਨ ਕਿਰਿਆ ਜਾਂ ਨਿਊਟਰਲਾਈਜੇਸ਼ਨ ਰਿਐਕਸ਼ਨ। ਆ ਕੀ ਹੈ, ਬੇਸ ਹੈ ਇੱਧਰ, ਤੇ ਆ ਕੀ ਹੈ, ਐਸਿਡ। ਦੋਨੋਂ ਮਿਲ ਕੇ ਕੀ ਬਣਾ ਦੇਣਗੇ, ਸਾਲਟ ਤੇ ਵਾਟਰ ਬਣਾ ਦੇਣਗੇ। ਤਾਂ ਇੱਦਾਂ ਤੁਸੀਂ ਕਰ ਸਕਦੇ ਹੈਗੇ ਹੋ ਕਿਰਿਆ ਨੂੰ ਪੂਰੀ। ਇਹ ਕੀ ਹੋ ਗਈ, ਨਿਊਟਰਲਾਈਜੇਸ਼ਨ ਰਿਐਕਸ਼ਨ ਹੋ ਗਈ। ਪਹਿਲਾ ਕੁਐਸਚਨ ਹੈਗਾ ਤੁਹਾਡਾ, ਫਸਟ ਕੁਐਸਚਨ ਇਜ਼ ਕਿ ਜਿਹੜੇ ਐਸਿਡ ਹੈ ਉਹ ਕੀ ਹੈ, ਘੋਲ ਦੇ ਵਿੱਚ ਜਿਵੇਂ HCl ਹੈ, ਇਹਨੇ ਟੁੱਟ ਜਾਣਾ H ਆਇਨ ਤੇ ਕਲੋਰਾਈਡ ਆਇਨ 'ਚ। HNO3 ਹੈ, ਇਹਨੇ ਵੀ ਪ੍ਰੋਟੋਨ ਤੇ ਨਾਈਟ੍ਰੇਟ ਆਇਨ 'ਚ ਟੁੱਟ ਜਾਣਾ, ਤਾਂ ਕਰਕੇ ਕੀ ਹੋਣਗੇ, ਐਸਿਡਿਕ ਹੋਣਗੇ। ਪਰ ਜਿਹੜੀ ਗਲੂਕੋਜ਼ ਹੈ ਇਹ ਇੱਕ ਆਰਗੈਨਿਕ ਕੰਪਾਊਂਡ ਹੈ, ਕੋਵੈਲੈਂਟ ਕੰਪਾਊਂਡ ਹੈ, ਸ਼ੇਅਰਿੰਗ ਨਾਲ ਬਣਿਆ ਹੈਗਾ। ਇਹ ਆਇਨਸ 'ਚ ਨਹੀਂ ਟੁੱਟੇਗਾ, ਠੀਕ ਹੈ। ਤਾਂ ਕਰਕੇ ਇਹ ਤੇਜ਼ਾਬੀਪਨ ਨਹੀਂ ਸ਼ੋ ਕਰਦੇ। ਬੇਸ਼ੱਕ ਇਹਦੇ ਵਿੱਚ ਗਲੂਕੋਜ਼ ਦਾ ਜਿਹੜਾ ਫਾਰਮੂਲਾ ਹੁੰਦਾ ਉਹਦੇ ਵਿੱਚ OH ਐਸਿਡ ਗਰੁੱਪ ਵੀ ਹੁੰਦਾ, ਅਮਾਈਨੋ ਗਰੁੱਪ, ਇੱਦਾਂ ਦੇ ਗਰੁੱਪ ਹੁੰਦੇ ਹੈਗੇ ਆ, ਫਿਰ ਵੀ ਇਹ ਐਸਿਡਿਕ ਕਰੈਕਟਰ ਨਹੀਂ ਸ਼ੋ ਕਰਦੇ, ਕਿਉਂਕਿ ਇਹ ਕੋਵੈਲੈਂਟ ਕੰਪਾਊਂਡ ਹੈ। ਤੇ ਜਿਹੜੇ ਸਾਡੇ ਆਇਨਿਕ ਕੰਪਾਊਂਡ ਹੈ ਉਹ ਕੀ ਹੈ, ਐਸਿਡਿਕ ਕਰੈਕਟਰ ਸ਼ੋ ਕਰਨਗੇ, ਆਇਨ 'ਚ ਟੁੱਟਦੇ ਆ। ਵਾਈ ਡਜ਼ ਐਨ aqueous solution of an acid conduct electricity? ਜਿਵੇਂ ਅਸੀਂ ਸੋਡੀਅਮ ਕਲੋਰਾਈਡ ਹੈ, ਜਦੋਂ ਪਿਓਰ ਸਟੇਟ 'ਚ ਹੈ ਤਾਂ ਉਹਦੇ ਵਿੱਚ ਇੱਦਾਂ ਦੀ ਸਟਰਕਚਰ ਹੁੰਦੀ ਆ, ਆਇਨਿਕ ਸਟਰਕਚਰ ਹਰ ਇੱਕ ਕਾਰਨਰ 'ਤੇ। ਇਹਦੇ ਵਿੱਚ ਵੀ ਅੱਗੇ ਪਾਰਟੀਸ਼ਨ ਕੀਤੀ ਹੁੰਦੀ ਹੈ, ਠੀਕ ਹੈ। ਸੋਡੀਅਮ ਕਲੋਰਾਈਡ ਦੀ ਇੱਦਾਂ ਸਟਰਕਚਰ ਹੁੰਦੀ ਹੈ, ਇੱਕ ਕਲੋਰੀਨ ਲੱਗਿਆ ਹੈ, ਇੱਕ ਇੱਥੇ ਅੱਗੇ ਫਿਰ ਇਹਦੇ ਪਾਰਟੀਸ਼ਨ ਕਰ ਲਓ, ਇੱਕ ਉਹ ਲੱਗਿਆ ਸੋਡੀਅਮ, ਇੱਕ ਕਲੋਰੀਨ, ਇੱਕ ਸੋਡੀਅਮ, ਇੱਦਾਂ ਕ੍ਰਿਸਟਲ ਦੇ ਰੂਪ 'ਚ ਅਰੇਂਜ ਹੁੰਦੇ ਆ। ਤਾਂ ਇਹਨਾਂ ਦੀ ਇੱਦਾਂ ਦੀ ਕ੍ਰਿਸਟਲਾਈਨ ਸਟਰਕਚਰ ਹੁੰਦੀ ਹੈ। ਤਾਂ ਇਹ ਜਦੋਂ ਸੋਲਿਡ ਸਟੇਟ 'ਚ ਹੁੰਦਾ, ਪਿਓਰ ਹੈ, ਤਾਂ ਉਦੋਂ ਇਹ ਇਲੈਕਟ੍ਰੀਸਿਟੀ ਨਹੀਂ ਕੰਡਕਟ ਕਰੇਗਾ। ਪਰ ਜਦੋਂ ਅਸੀਂ ਇਹਨੂੰ ਪਾਣੀ 'ਚ ਘੋਲਦੇ ਹਾਂ ਤਾਂ ਇਹਦੇ ਕੀ ਹੋ ਗਏ, ਸਟਰਕਚਰ ਟੁੱਟ ਗਈ, ਕ੍ਰਿਸਟਲ ਵਾਲੀ ਸਟਰਕਚਰ ਟੁੱਟ ਗਈ। ਸੋਡੀਅਮ ਆਇਨ ਤੇ ਕਲੋਰਾਈਡ ਆਇਨ ਘੋਲ ਦੇ ਵਿੱਚ ਫ੍ਰੀ ਹੈਗੇ ਆ ਵਿਦ ਇਹਦੇ OH ਆਇਨ ਤੇ H ਆਇਨ ਦੇ ਨਾਲ। ਫਿਰ ਇਹ ਮੂਵ ਕਰ ਸਕਦੇ ਆ, ਜਿਵੇਂ ਇਹ ਐਨੋਡ ਕੰਨੀ ਜਾਏਗਾ, ਇਹ ਕੈਥੋਡ ਕੰਨੀ ਜਾਏਗਾ। ਨੈਗੇਟਿਵ ਚੀਜ਼ ਨੇ ਪੋਜ਼ੀਟਿਵ ਕੰਨੀ ਜਾਣਾ, ਇਹਨੇ ਐਨੋਡ ਕੰਨੀ ਜਾਣਾ, ਤਾਂ ਇਹ ਕੀ ਹੈ, ਕੰਡਕਟਿਵਿਟੀ ਸ਼ੋ ਕਰਨਗੇ ਤੇ ਪਿਓਰ ਸਟੇਟ 'ਚ ਨਹੀਂ ਕਰਨਗੇ। ਵਾਈ ਡਜ਼ ਡਰਾਈ HCl ਗੈਸ ਨੋਟ ਚੇਂਜ ਦੀ ਕਲਰ? ਜਦੋਂ ਗੈਸ ਸਟੇਟ 'ਚ ਹੈ, ਜਿਵੇਂ ਅਸੀਂ ਹੁਣੇ ਕੀਤਾ ਸੀ ਨਾ ਵੀ ਸੋਡੀਅਮ ਕਲੋਰਾਈਡ ਜਦੋਂ ਕ੍ਰਿਸਟਲ ਦੇ ਰੂਪ 'ਚ ਹੈਗਾ, ਠੀਕ ਹੈ। ਅੱਗੇ ਇਹਦੇ ਵਿੱਚ ਵੀ ਪਾਰਟੀਸ਼ਨ ਕਰਕੇ ਇੱਕ ਸੋਡੀਅਮ ਇੱਕ ਕਲੋਰੀਨ, ਤਾਂ ਇਹ ਕੰਡਕਟਿਵਿਟੀ ਨਹੀਂ ਸ਼ੋ ਕਰੇਗਾ। ਉਸੇ ਤਰ੍ਹਾਂ ਜਦੋਂ HCl ਗੈਸ ਦੇ ਰੂਪ 'ਚ ਹੈ ਤਾਂ ਇਹ H ਆਇਨ 'ਚ ਨਹੀਂ ਟੁੱਟੇਗਾ, H ਆਇਨ ਤੇ Cl ਆਇਨ 'ਚ, ਤਾਂ ਐਸਿਡਿਟੀ ਨਹੀਂ ਸ਼ੋ ਕਰੇਗਾ। ਪਰ ਜਦੋਂ ਅਸੀਂ ਇਹਨੂੰ ਪਾਣੀ 'ਚ ਘੋਲਦੇ ਹਾਂ, ਲਿਕੁਇਡ ਸਟੇਟ 'ਚ ਹੈ, ਤਾਂ ਇਹ ਆਪਣਾ ਐਸਿਡਿਕ ਕਰੈਕਟਰ ਸ਼ੋ ਕਰੇਗਾ, ਠੀਕ ਹੈ। ਅਗਲਾ ਕੁਐਸਚਨ ਹੈਗਾ, ਹਾਊ ਦੀ ਹਾਈਡਰੋਨੀਅਮ ਆਇਨ ਇਫੈਕਟਰ ਵੈਨ ਦੀ ਸੋਲੂਸ਼ਨ? ਦੇਖੋ pH ਦਾ ਫਾਰਮੂਲਾ ਕੀ ਕੀਤਾ ਸੀ, -log H ਆਇਨ। H ਆਇਨ ਦੀ ਅਮਾਊਂਟ ਅਗਰ ਜ਼ਿਆਦਾ ਹੋਏਗੀ ਤਾਂ -log, ਠੀਕ ਹੈ। pH ਘੱਟ ਹੋਵੇ, ਜਿਵੇਂ 2 ਹੈ, 3 ਹੈ ਜਾਂ 1 ਹੈ, ਤਾਂ ਇਹ ਮੋਰ ਐਸਿਡਿਕ ਹੋਣਗੇ ਐਜ਼ ਕੰਪੇਅਰ ਟੂ 4 ਤੇ 5, ਕਿਉਂਕਿ ਅਸੀਂ ਇੱਧਰੋਂ ਕੀਤਾ ਸੀ, ਇੱਧਰ ਕਰਨੀ ਜਾਂਦੇ ਹਾਂ, ਤਾਂ ਐਸਿਡਿਕ ਕਰੈਕਟਰ ਕੀ ਹੈ, ਘੱਟ ਵਾਲੇ ਦਾ ਜ਼ਿਆਦਾ ਹੁੰਦੀ ਹੈ। ਐਸਿਡਿਕ ਕਰੈਕਟਰ ਕੀ ਹੋਏਗਾ, ਜ਼ਿਆਦਾ ਹੋਏਗਾ, ਕਿਉਂਕਿ ਇਹ ਨੈਗੇਟਿਵ ਲੌਗ ਹੈ ਫਾਰਮੂਲੇ ਦੇ ਅਨੁਸਾਰ। ਇਸੇ ਤਰ੍ਹਾਂ ਹਾਈਡਰੋਕਸਿਲ ਆਇਨ ਹੈ, pH ਦਾ ਫਾਰਮੂਲਾ ਹੈਗਾ ਇਹ ਵਾਲਾ। ਤਾਂ ਅਗਰ OH ਆਇਨ ਦੀ ਅਮਾਊਂਟ ਜ਼ਿਆਦਾ ਹੋਏਗੀ, ਜਿੰਨੀ ਜ਼ਿਆਦਾ, ਜਿਵੇਂ 14 ਹੈ, 13 ਹੈ, ਠੀਕ ਹੈ, ਇੱਧਰੋਂ ਇੱਧਰ ਜਾਈਏ, 13 ਤੋਂ 14 ਜਾਈਏ, ਤਾਂ ਬੇਸਿਕ ਕਰੈਕਟਰ ਇਨਕਰੀਜ਼ ਕਰਦਾ ਹੈਗਾ 7 ਤੋਂ। pH ਸਕੇਲ ਸਾਡੀ ਕੀ ਹੁੰਦੀ ਹੈ, 7 ਤੇ ਨਿਊਟਰਲ ਹੁੰਦਾ, 7
ਤੋਂ ਲੈ ਕੇ 14 ਤੱਕ ਜਾਂਦੇ ਹਾਂ। 8 9 10 ਇੱਦਾਂ ਜਾਈ ਜਾਓ, ਠੀਕ ਹੈ। ਤਾਂ ਇੱਧਰ ਬੇਸਿਕ ਕਰੈਕਟਰ ਕੀ ਹੈ, ਵੱਧਦਾ ਏ। ਇੱਧਰ ਕੀ ਵਧੇਗਾ, ਐਸਿਡਿਕ ਕਰੈਕਟਰ ਤੁਹਾਡਾ ਵਧੇਗਾ। ਇੱਕ ਵਾਲਾ ਜ਼ਿਆਦਾ ਐਸਿਡਿਕ ਹੋਏਗਾ ਐਜ਼ ਕੰਪੇਅਰ ਟੂ 5 6 ਵਾਲੇ ਨਾਲੋਂ, ਠੀਕ ਹੈ। ਤਾਂ ਇਹਨੂੰ pH ਸਕੇਲ ਕਹਿੰਦੇ ਆ। ਅੱਗੇ ਤੁਹਾਡੀ ਦਿਖਾਈ ਹੋਈ ਆ pH ਸਕੇਲ। 7 ਵਾਲਾ ਕੀ ਹੋਏਗਾ, ਨਿਊਟਰਲ ਹੈ। 0 ਵਾਲਾ ਐਸਿਡਿਕ, 1 2 ਵਾਲਾ ਐਸਿਡਿਕ, 5 6 ਵਾਲਾ ਕੀ ਹੈ, ਘੱਟ ਐਸਿਡਿਕ। ਫਿਰ ਇਹ ਵੀਕ ਬੇਸ ਹੈ। 12 13 14 ਵਾਲੇ ਕੀ ਹੈ, ਜ਼ਿਆਦਾ ਬੇਸਿਕ ਹੋਣਗੇ। ਇੱਧਰ ਬੇਸਿਕ ਕਰੈਕਟਰ ਵੱਧਦਾ ਹੈ, ਇੱਧਰ ਕੀ ਹੈ, ਐਸਿਡਿਕ ਕਰੈਕਟਰ ਵੱਧਦਾ। ਔਰ 7 ਵਾਲੇ ਕੀ ਹੋਣਗੇ, ਨਿਊਟਰਲ ਹੋਣਗੇ। ਤਾਂ ਅਸੀਂ ਕੀ ਕਰਨਾ ਹੈ, ਇੱਕ ਲੈਬ 'ਚ ਪ੍ਰੈਕਟੀਕਲ ਕਰਨਾ ਹੈਗਾ। ਅਲੱਗ ਅਲੱਗ ਤਰ੍ਹਾਂ ਦੇ ਘੋਲ ਬਣਾ ਲੈਣੇ ਹੈ। ਚਾਹ ਦਾ, ਲੈਮਨ ਜੂਸ, ਕੌਫੀ, ਟਮੈਟੋ ਜੂਸ, ਸੋਡੀਅਮ ਹਾਈਡਰੋਕਸਾਈਡ HCl। ਇਹਨਾਂ ਦੇ ਵਿੱਚ pH ਪੇਪਰ ਡਿਪ ਕਰਕੇ ਕਲਰ ਚੇਂਜ ਦੇਖਾਂਗੇ। ਜੋ ਕਲਰ ਮੈਚਿੰਗ ਕਰਾਂਗੇ, ਮੰਨ ਲਓ ਕਿਸੇ ਪੇਪਰ ਦਾ ਕਲਰ ਇਹ ਵਾਲਾ ਆ ਗਿਆ 12 pH ਦਾ, ਮੀਨਸ ਉਹ ਕੀ ਹੈ, ਬੇਸਿਕ ਘੋਲ ਹੈ, ਠੀਕ ਹੈ। ਮੰਨ ਲਓ ਚਾਹ ਦਾ ਆ ਗਿਆ 2 ਆ ਗਿਆ, pH 2 ਆ ਗਈ, ਠੀਕ ਹੈ। ਔਰੇਂਜ ਜਿਹਾ ਕਲਰ ਆ ਰਿਹਾ ਤਾਂ ਉਹ ਕੀ ਹੋ ਜਾਏਗੀ, ਐਸਿਡਿਕ ਹੋ ਜਾਏਗੀ। ਤਾਂ ਇੱਕ pH ਪੇਪਰ ਹੁੰਦਾ ਜਿਹਦੇ ਉੱਤੇ ਕਲਰ ਬਣੇ ਹੁੰਦੇ ਆ 1 ਤੋਂ ਲੈ ਕੇ 14 ਤੱਕ। 7 ਵਾਲਾ ਨਿਊਟਰਲ ਹੁੰਦਾ। ਇੱਧਰ ਐਸਿਡਿਕ ਕਰੈਕਟਰ ਵੱਧਦਾ ਅਤੇ ਇੱਧਰ ਬੇਸਿਕ ਕਰੈਕਟਰ ਵੱਧਦਾ ਹੈਗਾ। ਤਾਂ ਇਹ ਤੁਸੀਂ ਜਦੋਂ ਪ੍ਰੈਕਟੀਕਲ ਕਰੋਗੇ ਉਦੋਂ ਵੀ ਤੁਹਾਨੂੰ ਥੋੜ੍ਹਾ ਜਿਹਾ ਸਮਝ ਆ ਜਾਏਗਾ। ਐਸਿਡਸ ਇਨ ਅਦਰ ਪਲੈਨਟਸ। ਐਟਮੋਸਫੀਅਰ 'ਚ ਵੀਨਸ ਦੇ ਵਿੱਚ ਕਹਿ ਰਹੇ ਹੈ ਕਿ ਸਲਫਿਊਰਿਕ ਐਸਿਡ ਹੁੰਦਾ। ਉਦੋਂ ਬਾਅਦ pH ਸਕੇਲ ਦਾ, pH ਦਾ ਟੋਪਿਕ ਅਸੀਂ ਕਿਉਂ ਰੀਡ ਕਰ ਰਹੇ ਹਾਂ, ਕਿਉਂ ਪੜ੍ਹ ਰਹੇ ਹੈਗੇ ਹਾਂ। ਜਿਹੜੀ ਅਸੀਂ ਸੋਇਲ ਹੈ, ਸੋਇਲ ਸਾਡੀ ਅਗਰ ਐਸਿਡਿਕ ਹੋਏਗੀ ਤਾਂ ਅਸੀਂ ਉਹਦੇ ਵਿੱਚ ਅਗਰ ਸੀਡਸ ਪਾਏ, ਸੋ ਕੀਤੇ, ਠੀਕ ਹੈ, ਉਹਨਾਂ ਨੂੰ ਐਸਿਡ ਨੇ ਕੀ ਕਰਨਾ, ਸੀਡਸ ਨੂੰ ਖਾ ਜਾਣਾ, ਖਰਾਬ ਕਰ ਦੇਣਾ। ਤਾਂ ਉਹ ਸਾਡੇ ਸੀਡਸ ਪੁੰਗਰਨਗੇ ਹੀ ਨਹੀਂ, ਪੁੰਗਰਨਗੇ ਨਹੀਂ, ਠੀਕ ਹੈ। ਤਾਂ ਉਹ ਸਾਡੇ ਸੀਡਸ ਖਰਾਬ ਹੋ ਜਾਣਗੇ, ਜਿਹਨੂੰ ਸ਼ਾਇਦ ਕਰੰਡ ਬੋਲਣਾ, ਕਰੰਡ ਹੋ ਜਾਣਗੇ, ਖਰਾਬ ਹੋ ਜਾਣਗੇ। ਇਸੇ ਤਰ੍ਹਾਂ ਜਦੋਂ ਕਈ ਵਾਰੀ ਸਾਡੇ ਪੇਟ 'ਚ ਕੀ ਹੈ, ਤੇਜ਼ਾਬ ਬਣ ਜਾਂਦਾ, ਤਾਂ ਤੁਸੀਂ ਮਿਲਕ ਆਫ ਮੈਗਨੀਸ਼ੀਆ ਕੀ ਕਰ ਸਕਦੇ ਹੋ, ਘਰੇਲੂ ਉਪਾਅ ਕੀ ਕਰਦੇ ਹੋ, ਮਿੱਠਾ ਸੋਡਾ ਪੀ ਸਕਦੇ ਹੋ, ਬੇਕਿੰਗ ਪਾਊਡਰ ਜਿਹਨੂੰ ਕਹਿੰਦੇ ਹੋ, ਜਾਂ ਈਨੋ ਪੀਂਦੇ ਹੋ, ਈਨੋ ਦੇ ਵਿੱਚ ਵੀ ਇਹੋ ਹੁੰਦਾ ਹੈਗਾ, ਠੀਕ ਹੈ। ਜਾਂ ਡਾਈਜਿਨ ਪੀਂਦੇ ਹੋ। ਡਾਈਜਿਨ ਜਿਹੜੀ ਜਾਂ ਜੈਲੋਸਿਲ ਹੈ ਉਹ ਕੀ ਹੁੰਦੀ ਹੈ, ਮਿਲਕ ਆਫ ਮੈਗਨੀਸ਼ੀਆ ਹੁੰਦਾ। ਉਹਨੂੰ ਕੀ ਕਹਿੰਦੇ ਆ, ਮੈਗਨੀਸ਼ੀਅਮ ਹਾਈਡਰੋਕਸਾਈਡ ਘੋਲ। ਇਹ ਦੇਖੋ ਇਹ ਬੇਸਿਕ ਹੈ, ਠੀਕ ਹੈ। ਕੀ ਬਣਿਆ ਸੀ, HCl ਬਣਿਆ ਪੇਟ 'ਚ। ਤਾਂ ਮੈਗਨੀਸ਼ੀਅਮ ਕਲੋਰਾਈਡ ਬਣ ਜੂ H ਦੇ ਨਾਲ ਰਿਐਕਟ ਕਰ ਦੇਣਾ। ਦੁਬਾਰਾ ਲਿਖ ਦਿੰਦੇ ਹਾਂ ਬੇਟਾ, ਥੋੜ੍ਹਾ ਜਿਹਾ ਲਿਖਣ ਦੀ ਘੱਟ ਪ੍ਰੈਕਟਿਸ ਹੈ। HCl ਨਾਲ ਕਿਰਿਆ ਕਰਕੇ ਆ ਵਾਟਰ ਬਣ ਜੂ, ਆ ਮੈਗਨੀਸ਼ੀਅਮ ਕਲੋਰਾਈਡ ਸੋਲਟ ਬਣ ਗਿਆ। ਤਾਂ ਤੇਜ਼ਾਬ ਨਿਊਟਰਲਾਈਜ਼ ਹੋ ਗਿਆ ਸਾਡਾ। ਇੱਦਾਂ ਅਸੀਂ ਕੀ ਹੈ, ਸਟਮਕ ਪੇਟ ਤੋਂ ਬਚ ਸਕਦੇ ਹਾਂ। ਘਰੋਂ ਹੀ ਮਿੱਠਾ ਸੋਡਾ ਵਗੈਰਾ ਪੀ ਸਕਦੇ ਹੋ ਤੁਸੀਂ, ਅਗਰ ਤੁਹਾਡੇ ਪੇਟ 'ਚ ਤੇਜ਼ਾਬ ਬਣਿਆ ਹੈਗਾ। ਸਾਡੇ ਦੰਦਾਂ ਦੀ ਜਿਹੜਾ ਇਨੈਮਲ ਹੈ ਉਹ ਕਾਹਦਾ ਬਣਿਆ ਹੁੰਦਾ, ਕੈਲਸ਼ੀਅਮ ਹਾਈਡਰੋਜਨ ਫੋਸਫੇਟ ਦਾ, ਠੀਕ ਹੈ, ਫੋਸਫੇਟ ਦਾ ਬਣਿਆ ਹੁੰਦਾ। ਤਾਂ ਅਗਰ ਅਸੀਂ ਸ਼ੂਗਰ ਵਗੈਰਾ ਖਾ ਲੈਂਦੇ ਹਾਂ ਤਾਂ ਤੇਜ਼ਾਬ ਬਣੇਗਾ। ਤੇਜ਼ਾਬ ਨੇ ਕਿਰਿਆ ਕਰਕੇ ਕੈਲਸ਼ੀਅਮ ਦੇ ਨਾਲ ਕਲੋਰਾਈਡ ਬਣਾ ਦੇਣਾ ਅਤੇ ਫੋਸਫੇਟ ਕੈਵਿਟੀਜ਼ ਬਣ ਜਾਣਗੀਆਂ, ਜਿਸ ਕਰਕੇ ਸਾਡੇ ਟੀਥ ਹੈ ਉਹ ਖਰਾਬ ਹੋ ਜਾਂਦੇ ਆ। ਇਸ ਕਰਕੇ ਸਾਨੂੰ ਰੋਜ਼ ਬਰੱਸ਼ ਕਰਨਾ ਚਾਹੀਦਾ ਹੈਗਾ। ਕਈ ਵਾਰੀ ਤੁਹਾਡੇ ਵਾਸਪ ਅਤੇ ਬੀ ਦੋਨਾਂ ਦੇ ਡੰਗ ਦਾ ਨਾ ਫਰਕ ਹੁੰਦਾ। ਜਿਵੇਂ ਇਹ ਜਦੋਂ ਕੱਟੇਗੀ ਤਾਂ ਜਿਹੜਾ ਸਾਡੇ 'ਤੇ ਬੇਸ, ਠੀਕ ਹੈ, ਸਪਰੇਅ ਕਰੇਗੀ ਤਾਂ ਤੁਸੀਂ ਐਸਿਡ ਲਾਉਣਾ। ਇਹਦਾ ਜਿਹੜਾ ਡੰਗ ਹੁੰਦਾ ਉਹ ਐਸਿਡਿਕ ਹੁੰਦਾ, ਤਾਂ ਇੱਥੇ ਕੀ ਲਾਉਣਾ, ਬੇਸ ਲਾਉਣਾ, ਠੀਕ ਹੈ। ਘਰੇ ਮਿੱਠਾ ਸੋਡਾ ਹੁੰਦਾ, ਤੁਸੀਂ ਲਗਾ ਸਕਦੇ ਹੋ। ਇੱਥੇ ਐਸਿਡ ਲਗਾਉਣਾ ਤਾਂ ਸਿਰਕਾ ਲਗਾ ਸਕਦੇ ਹੋ। ਯਾਦ ਰੱਖਿਓ, ਵਾਸਪ ਅਤੇ ਬੀ ਦੋਨਾਂ ਦੇ ਡੰਗ ਦਾ ਜਿਹੜਾ ਘੋਲ ਨਿਕਲਦਾ ਹੈਗਾ ਉਹਦਾ ਫਰਕ ਹੁੰਦਾ, ਜਿਸ ਦੇ ਕਰਕੇ ਸਾਡੇ ਈਚਿੰਗ ਵਗੈਰਾ ਹੋ ਜਾਂਦੀ ਹੈ, ਸਕਿਨ ਬਰਨਿੰਗ ਹੋਣ ਲੱਗ ਜਾਂਦੀ ਹੈ, ਖਾਰਿਸ਼ ਹੁੰਦੀ ਹੈ। ਮਿੱਠਾ ਸੋਡਾ ਜਾਂ ਤੁਸੀਂ ਸਿਰਕਾ ਵਗੈਰਾ ਲਾ ਸਕਦੇ ਹੋ। ਜਿਵੇਂ ਆਹ ਨੇਟਲ ਦੇ ਲੀਵਸ ਹੈਗੇ ਆ, ਅਗਰ ਇਹਨਾਂ ਨੂੰ ਤੁਸੀਂ ਟੱਚ ਕਰੋਗੇ ਤਾਂ ਇਹ ਕੀ ਹੈ, ਤੁਹਾਡੇ ਈਚਿੰਗ
ਇਹਨਾਂ ਦੇ ਉੱਤੇ ਕੰਡੇ 'ਚ ਲੱਗੇ ਹੁੰਦੇ ਆ, ਜਿਹਦੇ ਕਰਕੇ ਤੁਹਾਨੂੰ ਈਚਿੰਗ ਹੋਏਗੀ, ਪੇਨ ਹੋਏਗਾ। ਅਤੇ ਤੁਸੀਂ ਬੇਸ ਲਗਾ ਸਕਦੇ ਹੋ, ਮਿੱਠਾ ਸੋਡਾ ਵਗੈਰਾ ਲਗਾ ਸਕਦੇ ਹੋ। ਨੀਟਲ ਦੇ ਲੀਫ ਹੈਗੇ, ਨੀਟਲ TLE, ਨੀਟਲ ਦੇ ਲੀਫ ਦੇ ਕਰਕੇ ਤੁਸੀਂ ਮਿੱਠਾ ਸੋਡਾ ਲਗਾ ਸਕਦੇ ਹੋ। ਔਰ ਰਿਮੈਂਬਰ ਕਰਨ ਨੂੰ ਹੈ ਐਸੀਟਿਕ ਐਸਿਡ ਕਾਰਬਨ ਕੰਪਾਊਂਡਸ ਕਰਵਾਇਆ ਹੈਗਾ, ਸਿਰਕਾ ਕਹਿੰਦੇ ਹੈਗੇ ਆ, ਔਰੇਂਜ ਸਿਟਰਿਕ ਐਸਿਡ, ਇਮਲੀ ਟਾਰਟਰਿਕ ਐਸਿਡ, ਅਮਰੂਦ ਦੇ ਵਿੱਚ ਔਗਜ਼ੈਲਿਕ ਐਸਿਡ ਹੁੰਦਾ, ਦੁੱਧ ਦੇ ਵਿੱਚ ਲੈਕਟਿਕ ਐਸਿਡ ਬਣ ਜਾਂਦਾ, ਜੋ ਦੁੱਧ ਤੋਂ ਦਹੀਂ ਬਣਦਾ ਹੈਗਾ। ਲੈਮਨ 'ਚ ਸਿਟਰਿਕ ਐਸਿਡ ਦਿਖਾਇਆ ਹੈਗਾ। ਮਿਥੇਨੋਇਕ ਐਸਿਡ, ਫਾਰਮਿਕ ਐਸਿਡ ਨੂੰ ਮਿਥੇਨੋਇਕ ਐਸਿਡ ਕਹਿੰਦੇ ਆ। ਨਾਓ ਕਮ ਟੂ ਦੀ ਤੁਹਾਡੇ ਕੋਲ 2 ਸੋਲਿਊਸ਼ਨ ਹੈ, A ਅਤੇ B। ਇਹਨਾਂ ਦੀ ਇੱਕ ਦੀ pH 6 ਹੈ, ਇੱਕ ਦੀ 8 ਹੈ। ਕਿਹੜਾ ਮੋਰ ਬੇਸਿਕ ਹੋਏਗਾ? 8 ਵਾਲਾ, ਠੀਕ ਹੈ। ਇਹਦੇ ਵਿੱਚ ਐਚਾਈਨ ਕਿਸ 'ਚ ਜ਼ਿਆਦਾ ਹੋਣਗੇ? 6 ਵਾਲੇ 'ਚ ਐਚਾਈਨ ਜ਼ਿਆਦਾ ਹੋਣਗੇ ਅਤੇ 8 ਵਾਲੇ 'ਚ OH ਜ਼ਿਆਦਾ ਹੋਣਗੇ। ਤਾਂ ਇਹ ਵਾਲਾ ਕੀ ਹੋਏਗਾ? ਮੋਰ ਬੇਸਿਕ। ਅਤੇ ਕੀ ਹੋਏਗਾ? ਐਸਿਡਿਕ ਹੋਏਗਾ, ਠੀਕ ਆ। ਇੱਦਾਂ ਦੇ ਕੁਐਸਚਨ ਹੈਗੇ ਆ। ਅੰਡਰ ਜੇ ਕਿਸੇ ਦੀ ਜ਼ਮੀਨ ਤੇਜ਼ਾਬੀ ਹੈ ਤਾਂ ਉਹਦੇ ਵਿੱਚ ਤੁਸੀਂ ਕੁਇਕਲਾਈਮ ਪਾ ਸਕਦੇ ਹੋ। ਇਹਦੇ ਨਾਲ ਜ਼ਮੀਨ ਦਾ ਜਿਹੜਾ ਹੈਗਾ ਕੈਲਸ਼ੀਅਮ ਦਾ ਕਲੋਰਾਈਡ ਬਣ ਜਾਏਗਾ, ਸੋਲਟ ਬਣ ਗਿਆ, ਅਤੇ ਜ਼ਮੀਨ ਦਾ ਤੇਜ਼ਾਬੀਪਨ ਕੀ ਹੈ? ਖਤਮ ਹੋ ਜਾਂਦਾ ਹੈਗਾ। ਉਦੋਂ ਬਾਅਦ ਹੈਗਾ ਹੋਰ ਅਸੀਂ ਸੋਲਟਸ ਬਾਰੇ ਕੀ ਪੜ੍ਹ ਸਕਦੇ ਹੈਗੇ ਆ। ਜਿਵੇਂ ਅਸੀਂ ਨਮਕ, ਸੋਡੀਅਮ ਕਲੋਰਾਈਡ, ਜਿਹਨੂੰ ਟੇਬਲ ਸੋਲਟ ਕਹਿੰਦੇ ਆ, ਕਿਵੇਂ ਬਣਾਉਂਦੇ ਹੈਗੇ ਆ, ਦਿਖਾਇਆ ਹੋਇਆ ਸੱਤਿਆਗ੍ਰਹਿ ਵਾਲਾ। ਤਾਂ ਇਹਦੇ ਵਿੱਚ ਕਿਆਰੀਆਂ ਬਣਾ ਕੇ ਪਾਣੀ ਖੜ੍ਹਾ ਕੀਤਾ ਜਾਂਦਾ, ਪਾਣੀ ਇਵੈਪੋਰੇਟ ਕਰੇਗਾ ਅਤੇ ਪਿੱਛੇ ਕੀ ਰਹਿ ਜਾਏਗਾ? ਸੋਲਟ। ਉਹਨੂੰ ਇਕੱਠਾ ਕਰ ਲਿੱਤਾ ਜਾਂਦਾ, ਇਕੱਠਾ ਕਰਕੇ ਉਹਨੂੰ ਅਸੀਂ ਕੀ ਕਰਦੇ ਹੈਗੇ ਆ, ਇੰਡਸਟਰੀ 'ਚ ਲਿਆਉਂਦੇ ਹਾਂ। ਫਿਰ ਉਹਨੂੰ ਪਾਣੀ 'ਚ ਘੋਲਦੇ ਹਾਂ, ਫਿਲਟਰ ਕਰਦੇ ਹਾਂ, ਤਾਂ ਫਿਲਟਰ ਪੇਪਰ ਦੇ ਉੱਤੇ ਕੀ ਰਹਿ ਜਾਣਗੀਆਂ? ਇੰਪਿਓਰਿਟੀਜ਼ ਰਹਿ ਜਾਣਗੀਆਂ। ਪਿਓਰ ਜਿਹੜਾ ਵਾਟਰ ਕੰਟੇਨਿੰਗ ਸਾਲਟ ਹੈ ਉਹਨੂੰ ਫਿਰ ਇਵੈਪੋਰੇਟ ਕਰਦੇ ਆ, ਤਾਂ ਵਾਟਰ ਇਵੈਪੋਰੇਟ ਕਰ ਜਾਏਗਾ ਅਤੇ ਤੁਹਾਡਾ ਸਾਲਟ ਕੀ ਹੈ? ਪਿੱਛੇ ਰਹਿ ਜਾਏਗਾ। ਉਸ ਤੋਂ ਬਾਅਦ ਹੈਗਾ ਸੋਡੀਅਮ ਕਲੋਰਾਈਡ ਦੀ ਇਲੈਕਟ੍ਰੋਲਿਸਿਸ। ਜਿਹੜਾ ਪਹਿਲਾਂ ਹੀ ਕਿਹਾ ਸੀ, ਸੋਡੀਅਮ ਕਲੋਰਾਈਡ ਜਦੋਂ ਕ੍ਰਿਸਟਲ ਸਟੇਟ 'ਚ ਹੋਏਗਾ ਤਾਂ ਇਹ ਇਲੈਕਟ੍ਰੀਕਲ ਕੰਡਕਟੀਵਿਟੀ ਨਹੀਂ ਸ਼ੋ ਕਰੇਗਾ। ਅਸੀਂ ਇਹਨੂੰ ਪਾਣੀ 'ਚ ਘੋਲਿਆ ਹੈਗਾ, ਤਾਂ ਜਦੋਂ ਪਾਣੀ 'ਚ ਘੋਲਿਆ ਇੱਥੇ ਧਿਆਨ ਨਾਲ ਦੇਖੋ ਬੇਟਾ, ਸੋਡੀਅਮ ਕਲੋਰਾਈਡ ਸੋਡੀਅਮ ਆਇਨ 'ਚ ਟੁੱਟੇਗਾ, ਕਲੋਰਾਈਡ ਆਇਨ 'ਚ, ਵਾਟਰ ਜਿਹੜਾ H ਆਇਨ ਅਤੇ OH ਆਇਨ 'ਚ। ਤਾਂ ਇਹਦੇ ਨਾਲ ਕੰਬਾਈਨ ਕਰ ਗਏ। ਇਹ ਨਹੀਂ ਕਰਦੇ, HCl ਅਤੇ ਕਲੋਰੀਨ ਇੱਕ ਦੂਜੇ ਨਾਲ ਨਹੀਂ ਕੰਬਾਈਨ ਕਰਦੇ। ਇਹ ਕਲੋਰੀਨ ਐਜ਼ ਏ ਕਲੋਰੀਨ ਗੈਸ ਔਰ ਹਾਈਡਰੋਜਨ ਗੈਸ ਦੇ ਤੌਰ 'ਤੇ ਨਿਕਲ ਜਾਣਗੇ ਅਲੱਗ-ਅਲੱਗ। ਨੈਗੇਟਿਵ ਐਨੋਡ, ਨੈਗੇਟਿਵ ਟਰਮੀਨਲ ਐਨੋਡ, ਉਹਦੇ ਉੱਤੇ ਕੀ ਇੱਥੇ ਆ ਬੈਟਰੀ ਦੇ ਦਿਖਾਇਆ, ਆਹ ਨੈਗੇਟਿਵ ਟਰਮੀਨਲ ਆ, ਪੋਜ਼ੀਟਿਵ ਟਰਮੀਨਲ। ਆਹ ਜਿਹੜੇ ਸਾਈਨ ਹੈ ਬੈਟਰੀ ਦੇ ਦਿਖਾਏ ਹੈਗੇ। ਬੈਟਰੀ ਦੇ ਕਿਹੜੇ ਟਰਮੀਨਲ ਨਾਲ ਯੂਜ਼ ਕਰੋਗੇ? ਤਾਂ ਐਨੋਡ ਹਮੇਸ਼ਾ ਕੀ ਹੁੰਦਾ? ਨੈਗੇਟਿਵ ਟਰਮੀਨਲ। ਕੈਥੋਡ ਕੀ ਹੁੰਦਾ? ਪੋਜ਼ੀਟਿਵ ਟਰਮੀਨਲ। ਤਾਂ ਕਲੋਰੀਨ 'ਤੇ ਮਾਈਨਸ ਚਾਰਜ ਸੀ, ਠੀਕ ਹੈ। ਇਹ ਕੀ ਹੈ? ਇੱਧਰ ਐਨੋਡ 'ਤੇ ਰਿਲੀਜ਼ ਹੋਏਗੀ ਅਤੇ ਹਾਈਡਰੋਜਨ ਗੈਸ ਕੈਥੋਡ 'ਤੇ ਰਿਲੀਜ਼ ਹੋਏਗੀ। ਜਿਹੜੀ ਅੱਗੇ ਇਹਨਾਂ ਦੀ ਯੂਟਿਲਿਟੀ ਹੈਗੀ ਹੈ, 2 ਬਾਈ ਪ੍ਰੋਡਕਟਸ ਬਣੀਆਂ ਕਲੋਰੀਨ ਅਤੇ ਹਾਈਡਰੋਜਨ। ਹਾਈਡਰੋਜਨ ਨੂੰ ਤੁਸੀਂ ਐਜ਼ ਏ ਫਿਊਲ ਦੇ ਤੌਰ 'ਤੇ ਯੂਜ਼ ਕਰ ਸਕਦੇ ਹੋ, ਰੋਕਟ ਫਿਊਲ ਦੇ ਤੌਰ 'ਤੇ ਯੂਜ਼ ਕਰਦੇ ਆ ਨਾ। ਔਰ ਕਲੋਰੀਨ ਨੂੰ ਤੁਸੀਂ ਬਲੀਚਿੰਗ ਪਾਊਡਰ ਬਣਾਉਣ ਲਈ ਯੂਜ਼ ਕਰ ਸਕਦੇ ਹੋ, ਕਲੋਰੀਨ ਗੈਸ ਨੂੰ, ਠੀਕ ਆ। ਕਲੋਰੀਨ ਤੋਂ ਜਰਮੀਸਾਈਡ ਦਾ ਵੀ ਕੰਮ ਕਰਦੀ ਹੈਗੀ ਹੈ, ਡਿਸਇਨਫੈਕਟੈਂਟ ਦਾ। ਤਾਂ ਅੱਗੇ ਕਲੋਰੀਨ ਦੀ ਯੂਟਿਲਿਟੀ ਦੱਸੀ ਹੈਗੀ ਆ। ਕਿ ਲਿਆ ਤੁਹਾਡਾ ਕੁਇਕਲਾਈਮ, ਕੈਲਸ਼ੀਅਮ ਹਾਈਡਰੋਕਸਾਈਡ, ਇਹ ਕਿਹਦੇ ਨਾਲ ਰਿਐਕਟ ਕਰੇਗਾ? ਕਲੋਰੀਨ ਨਾਲ। ਹਾਈਡਰੋਜਨ ਦੀ ਜਗ੍ਹਾ 'ਤੇ ਅਸੀਂ ਕੀ ਲਗਾਤੀ? ਜਿੱਥੇ ਹਾਈਡਰੋਜਨ ਸੀ ਇਹਦੇ ਜਗ੍ਹਾ 'ਤੇ ਕੀ ਲਗਾ ਦਿਓ? ਕਲੋਰੀਨ ਲਗਾ ਦਿਓ। ਤਾਂ ਇਹ ਕੀ ਬਣ ਜਾਏਗਾ? ਤੁਹਾਡਾ ਬਲੀਚਿੰਗ ਪਾਊਡਰ ਬਣ ਜਾਂਦਾ ਹੈਗਾ। ਬਲੀਚਿੰਗ ਪਾਊਡਰ ਕਿਸ ਕੰਮ ਲਈ? ਹੇਅਰ ਬਲੀਚ ਕਰਨ ਦੇ, ਫੇਸ ਬਲੀਚ, ਕੱਪੜੇ ਵਗੈਰਾ ਬਲੀਚ ਕਰਨ ਦੇ ਕੰਮ ਆਉਂਦਾ ਹੈਗਾ ਬਲੀਚਿੰਗ ਪਾਊਡਰ। ਉਸ ਤੋਂ ਬਾਅਦ ਹੈਗਾ ਬੇਕਿੰਗ ਸੋਡਾ। ਕਿਵੇਂ ਬਣਾਉਂਦੇ ਹਾਂ? ਮਿੱਠਾ ਸੋਡਾ। ਤਿੰਨੋਂ ਚਾਰੋਂ ਚੀਜ਼ਾਂ ਨੂੰ ਮਿਲਾਉਂਦੇ ਹੈਗੇ ਆ,
ਅਮੋਨੀਆ, ਕਾਰਬਨ ਡਾਈਆਕਸਾਈਡ, ਸੋਡੀਅਮ ਕਲੋਰਾਈਡ ਅਤੇ ਇਹ ਇਹਨਾਂ ਤੋਂ ਮਿਲ ਕੇ ਕੀ ਹੈ, ਇੱਕ ਤਾਂ ਅਮੋਨੀਆ ਕਲੋਰਾਈਡ ਇਹ ਤੁਸੀਂ ਖਾਦ ਦੇ ਤੌਰ 'ਤੇ ਯੂਜ਼ ਕਰ ਸਕਦੇ ਹੋ ਅਤੇ ਮਿੱਠਾ ਸੋਡਾ ਬਣ ਜਾਏਗਾ। ਅੱਗੇ ਮਿੱਠੇ ਸੋਡੇ ਨੂੰ ਜਦੋਂ ਹੀਟ ਕਰਦੇ ਹੋ, 2 ਮੋਲੀਕਿਊਲ ਇਹਦੇ ਮਿਲ ਕੇ ਕੱਪੜੇ ਧੋਣ ਵਾਲਾ ਸੋਡਾ, ਕਾਰਬੋਨੇਟ ਅਤੇ ਵਾਟਰ ਐਂਡ ਕਾਰਬਨ ਡਾਈਆਕਸਾਈਡ ਬਣ ਜਾਂਦੀ ਹੈ। ਠੀਕ ਹੈ, ਇੱਦਾਂ ਤੁਸੀਂ ਮਿੱਠੇ ਸੋਡੇ ਤੋਂ, ਬੇਕਿੰਗ ਪਾਊਡਰ ਤੋਂ ਕੀ ਬਣਾ ਸਕਦੇ ਹੋ, ਵਾਸ਼ਿੰਗ ਪਾਊਡਰ ਬਣਾ ਸਕਦੇ ਹੋ। ਪਹਿਲਾਂ ਬੇਕਿੰਗ ਪਾਊਡਰ ਕਿਵੇਂ ਬਣਾਉਣਾ, ਨਮਕ ਤੋਂ ਬੇਕਿੰਗ ਪਾਊਡਰ ਬਣਾਇਆ, ਫਿਰ ਬੇਕਿੰਗ ਪਾਊਡਰ ਤੋਂ ਅਸੀਂ ਕੱਪੜੇ ਧੋਣ ਵਾਲਾ ਸੋਡਾ ਬਣਾ ਸਕਦੇ ਹੈਗੇ। ਥੋੜ੍ਹਾ ਰਿਮੈਂਬਰ ਕਰ ਲਿਓ। ਠੀਕ ਹੈ, ਤਾਂ ਤੁਹਾਡੇ ਲੈਵਲ 'ਤੇ ਕੋਈ ਵੀ ਸੋਲਟ ਹੈਗਾ, ਜਿਵੇਂ ਇਹਦੇ ਵਿੱਚ 10 ਮੋਲੀਕਿਊਲ ਪਾਣੀ ਦੇ, ਇੱਕ ਕ੍ਰਿਸਟਲ ਦੇ ਵਿੱਚ ਕੀ ਹੈ 10 ਮੋਲੀਕਿਊਲ ਪਾਣੀ ਦੇ ਹੁੰਦੇ ਆ, 10 ਮੋਲੀਕਿਊਲ ਅੰਦਰ ਕੈਵੇ ਹੁੰਦੇ ਆ। ਜਦੋਂ ਅਸੀਂ ਇਹਨੂੰ ਗਰਮ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਅੰਦਰ ਜਿਹੜਾ ਕ੍ਰਿਸਟਲ ਵਾਲਾ ਪਾਣੀ ਹੈ ਉਹ ਉੱਡਦਾ ਹੈਗਾ। ਤਾਂ ਅਸੀਂ ਇਹਦਾ ਐਕਸਪੈਰੀਮੈਂਟ ਕਰ ਸਕਦੇ ਹਾਂ। ਵਾਟਰ ਆਫ ਕ੍ਰਿਸਟਲਸ ਬਣਾਉਂਦੇ ਹੋ ਤੁਸੀਂ ਕਾਪਰ ਸਲਫੇਟ ਦੇ। ਕਾਪਰ ਸਲਫੇਟ ਦੇ ਵਿੱਚ ਕੀ ਹੁੰਦੇ ਆ, 5 ਅਣੂ ਪਾਣੀ ਦੇ ਹੁੰਦੇ ਆ, ਮੋਲੀਕਿਊਲ ਪਾਣੀ ਦੇ ਹੁੰਦੇ ਆ, ਅੰਦਰ ਕੈਵਿਟੀ ਦੇ ਵਿੱਚ ਹੁੰਦੇ ਆ, ਜਿਸ ਕਰਕੇ ਇਹਦਾ ਕੀ ਹੁੰਦਾ, ਇੱਥੇ ਹੋਣਗੇ 5 ਮੋਲੀਕਿਊਲ। ਤਾਂ ਜਦੋਂ ਇਹ ਪਾਣੀ ਇਵੈਪੋਰੇਟ ਕਰਦਾ ਤਾਂ ਕਾਪਰ ਸਲਫੇਟ 'ਚੋਂ ਸਭ ਤੋਂ ਪਹਿਲਾਂ ਪਾਣੀ, ਇਸ ਕਰਕੇ 5 ਅਣੂਆਂ ਕਰਕੇ ਕੀ ਹੁੰਦਾ, ਬਲੂ ਕਲਰ ਦਾ ਹੋਏਗਾ। ਜਦੋਂ ਅਸੀਂ ਇਹਨੂੰ ਗਰਮ ਕਰਦੇ ਹਾਂ ਤਾਂ ਇਹਦਾ ਕੀ ਬਣ ਜਾਏਗਾ, ਕਾਪਰ ਸਲਫੇਟ, ਅਤੇ ਵਾਟਰ ਕੀ ਹੋ ਜਾਏਗਾ, ਇਵੈਪੋਰੇਟ, ਤਾਂ ਬਲੂ ਕਲਰ ਕਾਸਟ ਚੇਂਜ ਹੋ ਜਾਏਗਾ ਵਾਈਟ ਕਲਰ 'ਚ, ਔਰ ਇਸ ਨੂੰ ਵਾਟਰ ਆਫ ਕ੍ਰਿਸਟਲਾਈਜੇਸ਼ਨ ਕਹਿੰਦੇ ਆ। ਠੀਕ ਹੈ, ਜਿਵੇਂ ਤੁਸੀਂ ਪੋਪਕੋਰਨ ਭੁੰਨਦੇ ਹੋ ਤਾਂ ਉਸ 'ਚੋਂ ਵੀ ਤਾਂ ਪਾਣੀ ਨਿਕਲਦਾ ਹੈਗਾ, ਜਾਂ ਚਨੇ ਭੁੰਨਦੇ ਹੋ ਉਸ ਟਾਈਮ ਵੀ ਸਾਊਂਡ ਸੁਣਾਈ ਦਿੰਦੀ ਹੈਗੀ ਆ। ਉਸ ਤੋਂ ਬਾਅਦ ਪਲਾਸਟਰ ਆਫ ਪੈਰਿਸ ਨੂੰ ਕਿਵੇਂ ਬਣਾਉਣਾ ਹੈਗਾ, ਜਿਪਸਮ ਹੈ 2 ਮੋਲੀਕਿਊਲ, ਇਹਨੂੰ ਗਰਮ ਕਰਦੇ ਹਾਂ ਤਾਂ ਇਹਦੇ ਵਿੱਚੋਂ 1.5 ਅਣੂ 1.5 ਵਾਟਰ ਦੇ ਮੋਲੀਕਿਊਲ ਰਹਿ ਜਾਂਦੇ ਆ, ਔਰ 3/2 ਮੀਨਸ 1.5 ਅਣੂ ਪਾਣੀ ਦੇ ਉੱਡ ਜਾਣਗੇ। ਤਾਂ ਇੱਦਾਂ ਤੁਸੀਂ ਜਿਪਸਮ ਤੋਂ, ਜਿਪਸਮ ਦਾ ਫਾਰਮੂਲਾ ਤੋਂ ਪਲਾਸਟਰ ਆਫ ਪੈਰਿਸ ਬਣਾ ਸਕਦੇ ਹੋ। ਔਰ ਇਹ ਕਿਰਿਆ ਕੀ ਹੈ, ਰਿਵਰਸੀਬਲ ਹੈ। ਰਿਵਰਸੀਬਲ ਮੀਨਸ ਕੈਲਸ਼ੀਅਮ ਸਲਫੇਟ 1/2 ਮੋਲੀਕਿਊਲ ਵਾਟਰ ਹੈ, ਤਾਂ ਇਹਦੇ ਵਿੱਚ ਅਗਰ ਤੁਸੀਂ ਹੋਰ ਪਾਣੀ ਪਾਓ ਤਾਂ ਇਹਨੇ ਇੰਨਾ ਅਬਜ਼ੋਰਬ ਕਰ ਲੈਣਾ, ਦੁਬਾਰਾ ਕੀ ਬਣ ਜਾਏਗੀ, ਤੁਹਾਡੀ ਜਿਪਸਮ ਬਣ ਜਾਏਗੀ। ਤਾਂ ਕੀ ਹੋ ਗਿਆ, ਪਲਾਸਟਰ ਆਫ ਪੈਰਿਸ ਅਤੇ ਕੀ ਹੈ, ਜਿਪਸਮ। ਜਿਹੜਾ ਪਲਾਸਟਰ ਆਫ ਪੈਰਿਸ ਹੈ, ਜਦੋਂ ਹੱਡੀਆਂ ਵਗੈਰਾ ਟੁੱਟ ਜਾਂਦੀਆਂ ਉਦੋਂ, ਜਾਂ ਸਟੈਚੂ ਵਗੈਰਾ ਬਣਾਉਣ ਲਈ ਕੰਮ ਆਉਂਦਾ ਹੈਗਾ। ਇਹਦਾ ਕੀ ਕੰਪਾਊਂਡ ਦਾ ਨਾਮ ਹੈ, ਬਲੀਚਿੰਗ ਪਾਊਡਰ। ਬਲੀਚਿੰਗ ਪਾਊਡਰ ਦਾ ਕੰਮ ਕੀ ਹੈਗਾ, ਜਿਵੇਂ ਕਾਗਜ਼ ਬਣਾਉਣ ਦੇ ਕੰਮ, ਕਾਗਜ਼ ਨੂੰ ਵਾਈਟ ਕਰਨ ਲਈ, ਕੱਪੜਿਆਂ ਨੂੰ ਵਾਈਟ ਕਰਨ ਲਈ, ਬਲੀਚ ਕਰਨ ਲਈ ਯੂਜ਼ ਕੀਤਾ ਜਾਂਦਾ, ਵਾਟਰ ਨੂੰ ਪਿਓਰੀਫਾਈ ਕਰਨ ਲਈ, ਕਿਉਂਕਿ ਇਹ ਬਲੀਚਿੰਗ ਪਾਊਡਰ ਨੇ ਕਲੋਰੀਨ ਗੈਸ ਦੇਣੀ ਹੈ। ਕਲੋਰੀਨ ਗੈਸ ਕੀ ਇੱਕ ਜਰਮੀਸਾਈਡ ਦਾ ਕੰਮ ਕਰੇਗੀ, ਤਾਂ ਉੱਥੇ ਇਹ ਯੂਜ਼ ਹੁੰਦਾ ਹੈਗਾ। ਠੀਕ ਹੈ, ਨੇਮ ਦੀ ਸੋਡੀਅਮ ਕੰਪਾਊਂਡ ਵਿਚ ਇਜ਼ ਯੂਜ਼ਡ ਫॉर ਸੋਫਟਨਿੰਗ ਆਫ ਦੀ ਵਾਟਰ। ਤੁਸੀਂ ਇਹਦੇ ਨਾਲ ਯੂਜ਼ ਕਰ ਸਕਦੇ ਹੋ, ਸੋਡੀਅਮ ਕਾਰਬੋਨੇਟ ਨਾਲ, ਕਿਉਂਕਿ ਵਾਟਰ ਦੀ ਜਿਹੜੀ ਹਾਰਡਨੈਸ ਹੁੰਦੀ ਆ ਉਹ ਕੈਲਸ਼ੀਅਮ ਸੋਲਟ, ਮੈਗਨੀਸ਼ੀਅਮ ਸਲਫੇਟ ਜਾਂ ਕਾਰਬੋਨੇਟ ਦੇ ਕਰਕੇ ਹੁੰਦੀ ਹੈ। ਇਹਨਾਂ ਦੇ ਕਾਰਬੋਨੇਟ ਦੇ ਕਰਕੇ ਹੁੰਦੀ ਹੈ, ਇਹਦੇ ਕਾਰਬੋਨੇਟ ਦੇ ਕਰਕੇ ਹੋਊਗੀ। ਤਾਂ ਕੀ ਹੋਏਗਾ ਕਿ ਸੋਡੀਅਮ ਜਿਹੜਾ ਹੈਗਾ ਕੈਲਸ਼ੀਅਮ ਦੀ ਜਗ੍ਹਾ 'ਤੇ ਲੱਗ ਜਾਏਗਾ, ਤਾਂ ਇੱਦਾਂ ਪਾਣੀ ਕੀ ਹੈ, ਸੋਫਟ ਹੋ ਜਾਏਗਾ। ਸੋਲਟ ਦੇ ਵਿੱਚ ਇਹ ਸੀਗੇ, ਠੀਕ ਹੈ, ਨਾਲ ਐਕਸਚੇਂਜ ਹੋ ਜਾਏਗਾ, ਤਾਂ ਸੋਡੀਅਮ ਉੱਥੇ ਲੱਗ ਜਾਏਗਾ ਪਾਣੀ, ਤਾਂ ਇੱਦਾਂ ਸੋਫਟ ਕਰ ਸਕਦੇ ਹਾਂ ਵਾਟਰ ਨੂੰ ਅਸੀਂ। ਆਹ ਵਾਲਾ ਤੁਹਾਨੂੰ ਕੁਐਸਚਨ ਕਰਵਾ ਹੀ ਦਿੱਤਾ ਹੁਣੇ, ਪਲਾਸਟਰ ਆਫ ਪੈਰਿਸ ਅਤੇ ਜਿਪਸਮ ਨੂੰ ਗਰਮ ਕਰਦੇ ਹਾਂ, ਉਸ 'ਚੋਂ ਅੱਧਾ ਮੋਲੀਕਿਊਲ ਪਾਣੀ ਦਾ ਕੀ ਹੈ, ਉੱਡ ਜਾਂਦਾ ਹੈਗਾ। ਅੱਗੇ ਹੈਗਾ pH, ਰੈੱਡ ਲਿਟਮਸ ਨੂੰ ਲਾਲ ਕਰਦਾ, ਤਾਂ ਰੈੱਡ ਲਿਟਮਸ ਲਾਲ ਕਿਹਦੇ ਨਾਲ ਹੋਏਗਾ, ਬੇਸ ਨਾਲ। ਬੇਸ ਦੀ pH 7 ਤੋਂ ਵੱਧ ਦੀ ਹੁੰਦੀ ਹੈ, ਤਾਂ ਇਹ 10 ਆਨਸਰ ਆ ਜਾਏਗਾ ਤੁਹਾਡਾ। ਠੀਕ ਹੈ, ਐਗ ਸ਼ੈਲ ਹੈ ਉਹ ਕੈਲਸ਼ੀਅਮ ਕਾਰਬੋਨੇਟ ਦਾ ਬਣਿਆ ਹੁੰਦਾ, HCl ਨਾਲ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ ਬਣਾਏਗਾ, ਅਤੇ ਗੈਸ ਜਿਹੜੀ ਹੈਗੀ ਆ
ਐਫਰਵੈਸੈਂਸ ਦਿਖਾਏਗੀ। ਠੀਕ ਹੈ, ਤਾਂ ਅਗਰ ਤੁਹਾਡਾ ਪੇਟ ਦਰਦ ਕਰਦਾ ਹੈ ਤਾਂ ਤੁਸੀਂ ਐਂਟਾਸਿਡ ਮੈਗਨੀਸ਼ੀਅਮ ਹਾਈਡਰੋਕਸਾਈਡ ਦਾ ਘੋਲ ਪੀ ਸਕਦੇ ਹੈਗੇ ਹੋ। ਰਿਐਕਸ਼ਨਸ ਹੈ ਇਹਨਾਂ ਨੂੰ ਲਿਖਿਓ। ਜ਼ਿੰਕ ਪਲੱਸ ਸਲਫਿਊਰਿਕ ਐਸਿਡ ਦੀ ਕਿਰਿਆ ਪੂਰੀ ਕਰਿਓ। ਮੈਗਨੀਸ਼ੀਅਮ ਦੀ ਐਸਿਡ ਦੇ ਨਾਲ ਕਿਰਿਆ ਪੂਰੀ ਕਰਨੀ ਹੈਗੀ ਆ, ਕਰ ਲਿਓ। ਬੜੀਆਂ ਛੋਟੀਆਂ ਛੋਟੀਆਂ ਰਿਐਕਸ਼ਨਸ ਹੈ, ਹੋ ਜਾਣਗੀਆਂ, ਕੋਈ ਖਾਸ ਗੱਲ ਨਹੀਂ ਹੈਗੀ। ਅੱਧੋ ਵੱਧ ਇੱਕ ਐਕਟੀਵਿਟੀ ਤੁਹਾਨੂੰ ਦੇਣੀ ਹੈ ਬੇਟਾ। ਉਹਦੇ ਵਿੱਚ ਅਸੀਂ ਕੀ ਲਿਆ ਹੈਗਾ, ਮਿੱਠਾ ਸੋਡਾ ਜਾਂ ਬੇਕਿੰਗ ਪਾਊਡਰ ਜਿਹਨੂੰ ਕਹਿੰਦੇ ਹਾਂ। ਇਹਦੇ ਵਿੱਚ ਅਸੀਂ ਹਲਕਾ ਸਲਫਿਊਰਿਕ ਐਸਿਡ ਲੈ ਲਿਆ, ਤਾਂ ਇਹ ਜਦੋਂ ਇਹਨੂੰ ਟੇਢਾ ਕਰਦੇ ਹਾਂ ਆਪਸ 'ਚ ਕਿਰਿਆ ਕਰਨਗੇ। ਸੇਮ ਉਵੇਂ ਸੋਡੀਅਮ ਤੋਂ ਕਲੋਰਾਈਡ ਬਣ ਜੂਗਾ ਅਤੇ ਪਾਣੀ ਅਤੇ ਕਾਰਬਨ ਡਾਈਆਕਸਾਈਡ ਗੈਸ ਲਿਬਰੇਟ ਹੋਏਗੀ, ਜਿਹੜੀ ਕਿ ਅੱਗ ਬੁਝਾਉਣ 'ਚ ਹੈਲਪ ਕਰਦੀ ਹੈ ਅਤੇ ਫਾਇਰ ਐਕਸਟਿੰਗੁਇਸ਼ਰ 'ਚ ਤੁਸੀਂ ਇਹਨੂੰ ਯੂਜ਼ ਕਰਦੇ ਹੋ। ਮਿੱਠਾ ਸੋਡਾ ਅਤੇ HCl ਕਿਰਿਆ ਕਰਕੇ ਐਸਿਡ ਅਤੇ ਬੇਸ ਕਿਰਿਆ ਕਰਕੇ ਸੋਲਟ ਬਣਾਉਣਗੇ ਅਤੇ ਕਾਰਬਨ ਡਾਈਆਕਸਾਈਡ ਨਿਕਲੇਗੀ। ਠੀਕ ਹੈ, ਕਿਵੇਂ ਬਣਾਉਣੇ ਉਵੇਂ ਪਲੱਸ ਮਾਈਨਸ ਨੂੰ ਜੋੜ ਕੇ ਲਿਖ ਕੇ ਦੇਖਿਓ। ਥੋੜ੍ਹਾ ਜਿਹਾ ਤੁਹਾਡੇ ਲਈ ਵੀ ਛੱਡਿਆ ਹੈਗਾ। ਥੈਂਕ ਯੂ ਫੋਰ completing the lesson or watching me. This is the trial, just some mistakes are there sometime while uploading on video. Voice is less, sorry for the inconvenience. Thank you for watching me and listening me.